ਧਰਨ ਕੱਢਣ ਦੇ ਮਗਰ ਨਾ ਭੱਜੋ। ਧਰਨ ਕਿਉਂ ਪੈ ਰਹੀ ਹੈ ਉਹਦਾ ਆਪਾਂ ਹੱਲ ਮੁੱਢ ਕੱਢਣਾ ਹੈ। ਧਰਨ ਦੇ ਵਿੱਚ ਧਿਆਨ ਰੱਖ ਕੇ ਚੱਲਣਾ, ਪੇਟ ਕਦੇ ਨਹੀਂ ਮਿਲਾਣਾ, ਪਿੰਨੀਆਂ ਮਿਲਾ ਲਓ, ਪਿੱਠ ਮਿਲਾ ਲਓ, ਆਪਣੀ ਥਾਈਜ਼ ਦੀ ਮਸਾਜ ਕਰਾ ਸਕਦੇ ਹੋ। ਸੋ ਅਸੀਂ ਸਿਹਤ ਬਣਨ ਦੀ ਜਾਂ ਕੋਈ ਤਾਕਤ ਦੀ ਦਵਾਈ ਨਹੀਂ ਦਿੱਤੀ। ਮੈਂ ਪੰਜਾਬੀ 'ਚ ਉਹਦਾ ਮਿਹਦਾ ਸੈੱਟ ਕੀਤਾ, ਖੁਰਾਕ ਉਹਦੀ ਤੁਹਾਨੂੰ ਲੱਗੇ। ਤੁਸੀਂ ਵਜਰ ਆਸਨ ਵੀ ਅਪਲਾਈ ਕਰਨਾ ਸ਼ੁਰੂ ਕਰ ਲਓ। 5 ਮਿੰਟ ਸਵੇਰੇ ਸ਼ਾਮ ਜਾਂ 10 ਮਿੰਟ ਬਹਿਣਾ ਸ਼ੁਰੂ ਕਰੋ। ਤੁਸੀਂ 15 ਮਿੰਟਾਂ 'ਚ ਕਹੋਗੇ ਚੱਲ ਵੀ ਕਿਹੜੇ ਕੰਮ ਚੱਲਣਾ। या पेशेंट कंप्लेंट करेगा मेरा पेट बहुत भारी पत्थर रंग हो गया और मेरा पेट 2-2 दिन साफ़ नहीं हो रहा। सो वाटर इनटेक शुड बी गुड। एटलीस्ट मैं लेके चलना तो 6 तो 8 गिलास पानी ज़रूर पियो। कि एक हल्का खाना खाना है, थोड़ा खाना है। ध्यान रख के चलना, गर्मियों च तुहानूं भुख नहीं लगेगी क्योंकि पानी पी पी के लिक्विड्स पी के पेट भर जाता है। कई पेशेंट्स को आइडिया नहीं सी उन्होंने कि पुराना टाइफाइड उन्होंने 15-16 साल पहले हुण भी बैठा है। ਉਹ ਉਹਨਾਂ ਨੂੰ ਡਾਇਗਨੋਸ ਕਰਕੇ ਦਿੱਤੀ ਜਾਂਦੀ। ਉਹ ਕਹਿੰਦੇ ਜੇ ਤਾਂ ਤੁਹਾਨੂੰ ਲਾਈਫ ਟਾਈਮ ਹੀ ਤੇਜ਼ਾਬ ਦੀ ਗੋਲੀ ਖਾਣੀ ਪੈਗੀ, ਵਿਚ ਇਜ਼ ਨਾਟ ਅ ਰਾਈਟ ਸੋਲਿਊਸ਼ਨ। ਉਹਨਾਂ ਦੇ ਖੁਦ ਦੀ ਵਾਈਫ ਦੀ ਵਰਡਿੰਗ ਸੀ ਕਿ ਅਸੀਂ ਅੱਜ ਤੱਕ 14 ਸਾਲ ਹੋ ਗਏ ਬਾਹਰ ਦੀ ਕਦੇ ਰੋਟੀ ਨਹੀਂ ਖਾਧੀ। 40-45 ਕਿਲੋ ਨਹੀਂ, ਜਿਹੜੇ ਬੰਦੇ ਦਾ ਸਰੀਰ ਭਾਰੀ ਮਜ਼ਬੂਤ ਉਹ ਸਿੱਧਾ ਹੀ ਅੱਧਾ ਰਹਿ ਜੇ, ਉਹ ਪੇਸ਼ੈਂਟ ਦਾ ਕਿੰਨਾ ਮੋਰਾਲ ਟੁੱਟਦਾ ਤੁਸੀਂ ਖੁਦ ਐਜ਼ਿਊਮ ਕਰ ਸਕਦੇ ਹੋ ਕਿ ਉਹ ਪੇਸ਼ੈਂਟ ਦਾ ਹੌਸਲਾ ਕਿੰਨਾ ਡਿੱਗੇਗਾ। ਮੈਂ ਇੱਕ ਤਾਂ ਸਭ ਤੋਂ ਵੱਡੀ ਆਪ ਨੂੰ ਬੇਨਤੀ ਕਰਾਂਗਾ ਕਿ ਜਿਮ ਤੇ ਬੱਚਿਆਂ ਨੂੰ ਡੱਬਿਆਂ ਤੋਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਾਓ। तो जे असी कहिए जी घंटे 2 'ਚ ਤੁਹਾਡਾ नॉन वेज डाइजेस्ट हो गया, नहीं होंदा क्योंकि मास है। मास ਨੂੰ ਆਂਤਰਾਂ ਨੂੰ ਚਿੱਥਣ ਨੂੰ ਟਾਈਮ ਲੱਗਦਾ। IT ਸੈਕਟਰਸ ਵਾਲਿਆਂ ਨੂੰ ਵੀ ਰਿਕੁਐਸਟ ਕਰਾਂਗਾ, ਜਿੰਨਾ ਵੀ ਤੁਹਾਡਾ ਸਟਾਫ ਹੈ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਲਈ ਹੋਰ ਐਫੀਸ਼ੀਐਂਟਲੀ ਕੰਮ ਕਰੇ, ਤੁਸੀਂ ਉਹਨਾਂ ਨੂੰ ਹੈਲਦੀ ਫੂਡ ਪ੍ਰੋਵਾਈਡ ਕਰੋ। ਫਰੂਟਸ ਐਟਲੀਸਟ ਵਨਸ ਅ ਟਾਈਮ ਉਹਨਾਂ ਨੂੰ ਇੱਕ ਫਰੂਟ ਦਾ ਬਾਉਲ ਸਭ ਨੂੰ ਸਰਵ ਕਰਾਓ। ਰਾਦਰ ਤੁਸੀਂ ਉਹਨਾਂ ਨੂੰ ਆਇਲੀ ਫੂਡ ਸਰਵ ਕਰਾਉਂਦੇ ਹੋ, ਇਧਰ ਇਨ ਦ ਫਾਰਮ ਆਫ ਸੈਂਡਵਿਚਸ ਹੁੰਦੇ ਆ, ਪਕੌੜੇਸ ਹੁੰਦੇ ਨੇ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰਾਈਮ ਹੈਲਥ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਗੱਲਬਾਤ ਹੋਏਗੀ ਉਹ ਧਰਨ ਦੇ ਉੱਤੇ ਤੇ ਹਾਜ਼ਮਾ ਖਰਾਬ ਜਿਹੜਾ ਹੁੰਦਾ ਉਹਦੇ ਤੇ ਗੱਲ ਹੋਏਗੀ। ਇੱਕ ਪਿੱਛੇ ਜੇ ਪ੍ਰੋਗਰਾਮ ਕੀਤਾ ਸੀ, ਉਸ ਤੋਂ ਬਾਅਦ ਕਾਫੀ ਸਾਰੇ ਤੁਹਾਡੇ ਫੋਨ ਆਏ ਨੇ, ਮੈਸੇਜ ਆਏ ਨੇ, ਸੁਨੇਹੇ ਆਏ ਨੇ ਤੇ ਕਾਫੀ ਸਾਰੇ ਸਵਾਲ ਵੀ ਸੀਗੇ ਉਹਦੇ ਵਿੱਚ, ਤੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸੁਖਜਿੰਦਰ ਸਿੰਘ ਯੋਗੀ ਜੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਉਹ ਜਿਹੜਾ ਪ੍ਰੋਗਰਾਮ ਸੀਗਾ ਉਸ ਤੋਂ ਬਾਅਦ ਸਾਨੂੰ ਬਹੁਤ ਸਾਰੇ ਸੁਨੇਹੇ ਆਏ, ਮੈਸੇਜ ਆਏ, ਸ਼ਾਇਦ ਤੁਹਾਡੇ ਕੋਲ ਵੀ ਆਏ ਹੋਣਗੇ। ਪਰਮਾਤਮਾ ਮੇਰੇ ਸਾਥ ਪੇਸ਼ੈਂਟਸ ਦਾ ਬਹੁਤ ਜ਼ਿਆਦਾ ਸਾਨੂੰ ਹੁੰਗਾਰਾ ਮਿਲਿਆ ਤੇ ਆਸ਼ੀਰਵਾਦ ਬਲੇਸਿੰਗਸ ਮਿਲੀਆਂ ਤੇ ਲੋਕਾਂ ਨੇ ਜਿਹੜੇ ਮੈਂ ਉਹਨਾਂ ਨੂੰ ਉਪਾਅ ਦੱਸੇ, ਮਿੱਟੀ ਦੇ ਕੁੱਜੇ ਵਾਲਾ, ਦਹੀਂ ਹਲਦੀ ਵਾਲਾ, ਤੇ ਬਹੁਤ ਲੋਕਾਂ ਨੂੰ ਉਹਦੇ ਨਾਲ ਫਾਇਦੇ ਮਿਲੇ। ਪਰ ਜਿਹੜੇ ਕ੍ਰੋਨਿਕ ਕੇਸਿਸ ਸੀ that has converted to patient ਤੇ ਫਿਰ ਉਹ ਵਿਜ਼ਿਟ ਕੀਤਾ ਕਲੀਨਿਕ ਤੇ ਐਂਡ ਵਿਦਨ ਅ ਕਪਲ ਆਫ ਵੀਕਸ ਉਹਨਾਂ ਨੂੰ ਬਹੁਤ ਸੋਹਣੇ ਪਰਮਾਤਮਾ ਮੇਰੇ ਸਦਕਾ ਰਿਜ਼ਲਟਸ ਵੀ ਅਸੀਂ ਦੇਣ ਦਾ ਪ੍ਰਯਾਸ ਕੀਤਾ। ਜੀ, ਮੁੱਖ ਕਾਰਨ ਕੀ ਸੀਗੇ ਧਰਨ ਹਾਜ਼ਮਾ ਖਰਾਬ ਹੋਣ ਦੇ, ਤੇ ਜਿਹੜੇ ਤੁਸੀਂ ਉਹਨਾਂ ਨੂੰ ਐਡਵਾਈਸ ਕੀਤੀ ਕਿ ਇਹ ਚੀਜ਼ਾਂ ਤੁਸੀਂ ਕਰੋ ਤੇ ਤੁਸੀਂ ਠੀਕ ਹੋ ਜਾਓਗੇ? ਜਿਹੜੀ ਮੈਂ ਸਟੱਡੀ ਲੈ ਕੇ ਚੱਲਿਆ ਪੇਸ਼ੈਂਟਸ ਦੇ ਵਿੱਚ, ਜਿਹੜੇ ਕਾਫੀ ਪੇਸ਼ੈਂਟ ਸਾਡੇ ਕੋਲ ਆਏ ਧਰਨ ਨੂੰ, ਜਿਹਨੂੰ ਅਸੀਂ ਕੋਡੀ ਸੋਜ ਅਫਾਰਾ ਕਈ ਪੇਸ਼ੈਂਟਸ ਨੂੰ ਦੱਸਿਆ ਕਿ ਉਹਨਾਂ ਨੂੰ ਆਈਡੀਆ ਨਹੀਂ ਸੀ ਕਿ ਵੈਦਰ ਦੇ ਆਰ ਧਰਨ ਸੀ ਕਿ ਨਹੀਂ ਸੀ। ਕਈ ਇੱਦਾਂ ਦੇ ਪੇਸ਼ੈਂਟ ਸੀ ਅਨਫੋਰਚੂਨੇਟਲੀ ਉਹਨਾਂ ਨੂੰ ਇਹੀ ਨਹੀਂ ਆਈਡੀਆ ਸੀਗਾ ਉਹਨਾਂ ਨੂੰ ਟਾਈਫਾਈਡ ਕਦੇ ਹੈਗਾ। ਦੇਰ ਵਾਜ਼ ਅ ਪੇਸ਼ੈਂਟ, ਕਪਲ ਆਫ ਪੇਸ਼ੈਂਟਸ ਹੈ ਜਿਨ੍ਹਾਂ ਦੀ ਮੈਂ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀਡੀਓਜ਼, ਰਿਪੋਰਟਸ ਸਾਰਾ ਕੁਝ ਸ਼ੇਅਰ ਕਰਾਂਗਾ। ਕੁਛ ਰਿਪੋਰਟਸ ਮੈਂ ਅੱਜ ਨਾਲ ਲੈ ਕੇ ਵੀ ਆਇਆ ਤੇ ਵਿੱਚ ਜਿਹਦੇ ਨਾਲ ਕਿ ਕਈ ਪੇਸ਼ੈਂਟਸ ਨੂੰ ਆਈਡੀਆ ਨਹੀਂ ਸੀ ਉਹਨਾਂ ਨੂੰ ਕਿ ਪੁਰਾਣਾ ਟਾਈਫਾਈਡ ਉਹਨਾਂ ਨੂੰ 15-16 ਸਾਲ ਪਹਿਲੇ ਹੁਣ ਵੀ ਬੈਠਾ ਹੈ। ਅੱਛਾ ਜੀ। ਹਾਂ, ਤੇ ਉਹ ਪੇਸ਼ੈਂਟਸ ਨੂੰ ਜਦ ਮੈਂ ਨਬਜ਼ ਚੈੱਕ ਕੀਤੀ ਤਾਂ ਪਿੱਤ ਪ੍ਰਕਿਰਤੀ ਉਹਨਾਂ ਦੀ ਜਿਹੜੀ ਹੈ ਕਿਤੇ ਨਾ ਕਿਤੇ ਇਨਫਲੂਐਂਸ ਕਰਦੀ। ਨਾਭੀ ਤੋਂ ਉੱਪਰ ਜਿਹੜਾ ਅਸੀਂ 4 ਉਂਗਲ ਕੌਡੀ ਦੇਖਦੇ ਹਾਂ, ਇਹਨਾਂ ਰੀਜਨ ਉਹ ਹਾਰਟ ਸੀ ਬੈਲਟ ਬਣ ਜਾਂਦੀ ਹੈ, ਬਲੋਕੇਜ ਦਾ ਸਾਈਨ ਹੁੰਦਾ ਜੀ। ਤੇ ਉਹ ਕੀ ਹੁੰਦਾ ਕਿ ਜਿਹੜਾ ਤੁਹਾਡਾ ਡੂਓਡੇਨਮ ਗ੍ਰੈਣੀ ਹੈ ਉਹ ਵੀਕ ਹੋ ਜਾਂਦੀ ਹੈ ਤੇ ਤੁਹਾਡਾ ਖਾਣਾ ਜਿਹੜਾ ਪਚਦਾ ਨਹੀਂ ਹੈ। ਜਦੋਂ ਖਾਣਾ ਪਚੇਗਾ ਨਹੀਂ ਤਾਂ ਪੇਸ਼ੈਂਟਸ ਨੂੰ ਵੋਮਿਟਿੰਗ ਫੀਲਿੰਗ ਹੋਏਗੀ, ਰਿਲੈਪਸ ਆਏਗਾ। ਉਹਨੂੰ ਲੱਗੇਗਾ ਕਿ ਮੈਨੂੰ ਜਿੱਦਾਂ ਕਈ ਵਾਰੀ ਅਸੀਂ ਪੇਸ਼ੈਂਟਸ ਦੇ ਕਈ ਡਾਕਟਰਸ ਕੋਲੋਂ ਟੈਸਟ ਕਰਾਉਂਦੇ ਐਂਡੋਸਕੋਪੀ ਦੇ ਵਿੱਚ, ਉਹਨਾਂ ਨੂੰ ਗੈਸਟਰਾਈਟਸ ਆਉਂਦਾ, ਐਕਿਊਟ ਗੈਸਟਰਾਈਟਸ ਆਉਂਦਾ, ਡਿਊਡਨਲ ਅਲਸਰਸ ਆਉਂਦੇ ਨੇ, GERD1 ਜਿਹਨੂੰ ਗੈਸਟਰੋ ਈਸੋਫੇਗਲ ਰਿਫਲਕਸ ਡਿਜ਼ੀਜ਼ ਕਿਹਾ ਜਾਂਦਾ ਹੈ ਜੀ। ਉਹ ਉਹਨਾਂ ਨੂੰ ਡਾਇਗਨੋਸ ਕਰਕੇ ਦਿੱਤੀ ਜਾਂਦੀ। ਉਹ ਕਹਿੰਦੇ ਜੇ ਤਾਂ ਤੁਹਾਨੂੰ ਲਾਈਫ ਟਾਈਮ ਹੀ ਤੇਜ਼ਾਬ ਦੀ ਗੋਲੀ ਖਾਣੀ ਪੈਗੀ, ਵਿਚ ਇਜ਼ ਨਾਟ ਅ ਰਾਈਟ ਸੋਲਿਊਸ਼ਨ। ਸਭ ਨੂੰ ਪਤਾ ਕਿ ਐਂਟਾ ਐਸਿਡ ਜਿਹੜੇ ਰੈਗੂਲਰ ਲੈਂਦੇ ਨੇ ਉਹਦੇ ਆਉਣ ਵਾਲੇ ਫਿਊਚਰ 'ਚ ਕੀ ਸਾਈਡ ਇਫੈਕਟਸ ਨੇ। ਤੁਸੀਂ ਗੂਗਲ ਕਰਕੇ ਕਿਸੇ ਵੀ ਚੀਜ਼ 'ਤੇ ਚੈੱਕ ਕਰ ਸਕਦੇ ਹੋ ਕਿ ਲੌਂਗ ਟਰਮ ਆਫ ਐਂਟਾ ਐਸਿਡ ਦੇ ਕੀ ਲਾਈਫ 'ਚ ਸਾਈਡ ਇਫੈਕਟਸ ਨੇ। ਇਹ ਸਾਰੀ ਦੁਨੀਆ ਜਾਣਦੀ ਹੈ ਜੀ। ਸੋ ਅਸੀਂ ਉਹ ਪੇਸ਼ੈਂਟਸ ਜਿਹੜੇ ਸਾਡੇ ਕੋਲ 5-5 ਸਾਲ 10-10 ਸਾਲ ਤੋਂ ਕਹਿ ਰਹੇ ਸੀ ਅਸੀਂ ਐਂਟਾ ਐਸਿਡ ਗੋਲੀਆਂ ਖਾ ਰਹੇ ਹਾਂ, ਤੇ ਪਰਮਾਤਮਾ ਮੇਰ ਸਦਕਾ ਜਦੋਂ ਅਸੀਂ ਉਹਨਾਂ ਨੂੰ 1.5 ਮਹੀਨਾ 2 ਮਹੀਨੇ ਪ੍ਰੋਪਰ ਟਰੀਟਮੈਂਟਸ ਦਿੱਤੇ ਤੇ ਉਹਨਾਂ ਦੇ ਬਹੁਤ ਹੀ ਸ਼ਲਾਘਾਯੋਗ ਰਿਜ਼ਲਟਸ ਮਿਲੇ ਤੇ ਆਸ਼ੀਰਵਾਦ ਐਂਡ ਬਲੈਸਿੰਗਸ ਦੇ ਫਾਰਮ ਦੇ ਵਿੱਚ।
ਸਾਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਬੈਸਟ ਹੱਲ ਪ੍ਰਯਾਸ ਦੇਣ ਦੀ ਕੋਸ਼ਿਸ਼ ਕੀਤੀ ਜੀ। ਉਹਦੇ 'ਚ ਰੀਜ਼ਨਸ ਕੀ ਆਉਂਦਾ ਕਿ ਜਦੋਂ ਪੇਸ਼ੈਂਟਸ ਜਦ ਲੈ ਕੇ ਆਉਂਦੇ ਨੇ ਉਹਨੂੰ ਵੋਮਿਟਿੰਗ ਫੀਲਿੰਗ, ਮੂੰਹ 'ਚ ਕੌੜਾ ਪਾਣੀ ਆਉਣਾ, ਬਲੋਟਿੰਗ ਹੋਣਾ, ਗੈਸ ਇੰਨੀ ਜ਼ਿਆਦਾ ਬਣਨੀ, ਸਿਰ ਨੂੰ ਗੈਸ ਚੜ੍ਹਦੀ ਹੈ। ਪੇਸ਼ੈਂਟਸ ਕੰਪਲੇਂਟ ਕਰਦੇ ਸਾਨੂੰ ਅੱਖਾਂ 'ਚ ਭਾਰੀਪਨ ਹੁੰਦਾ, ਸਾਡੀ ਲੱਤਾਂ ਬਾਹਾਂ ਥੱਕ ਜਾਂਦੀਆਂ, ਪੰਜਾਬੀ ਸਾਨੂੰ ਜਿੱਦਾਂ ਕੁੱਟ ਕੇ ਛੱਡਿਆ ਹੁੰਦਾ, ਪਿੰਨੀਆਂ ਦੁਖਦੀਆਂ ਨੇ, ਸਰੀਰ 'ਚ ਜਾਨ ਨਹੀਂ ਰਹਿ ਜਾਂਦੀ। ਤੇ ਅਲਟੀਮੇਟਲੀ ਜਿਹੜਾ ਕਾਰਨ ਉਹ ਨਿਕਲਦਾ ਸਾਰੀ ਬਿਮਾਰੀਆਂ ਦਾ ਲੈ ਕੇ ਚੱਲੇ ਸੀ ਮੁੱਢ ਤੇ ਉਹ ਪੇਟ ਹੀ ਉਹਨਾਂ ਦਾ ਕਾਰਨ ਸੀ। ਜਿਹੜੀ ਖੁਰਾਕ ਉਹਨਾਂ ਨੂੰ ਹਜ਼ਮ ਨਹੀਂ ਹੁੰਦੀ ਸੀ। ਡਾਈਜੈਸਟਿਵ ਪਾਵਰ ਵੀਕ ਹੋਣਾ, ਉਹ ਡਾਈਜੈਸਟਿਵ ਪਾਵਰ ਵੀਕ ਹੋਣ ਦਾ ਕਾਰਨ ਕੀ ਸੀ ਕਿ ਜਿਹੜੇ ਆਂਤੜਾ ਗ੍ਰਹਿਣੀ ਹੈ ਜਿਹਨੂੰ ਅਸੀਂ ਧਰਨ ਕਹਿੰਦੇ ਹਾਂ, ਉਹਨਾਂ ਦੀ ਨੇਵਲ ਡਿਸਪਲੇਸਮੈਂਟ ਹੋਈ ਸੀ। ਨੇਵਲ ਡਿਸਪਲੇਸਮੈਂਟ 'ਚ ਕੋਈ ਮੈਨੂੰ ਉਹਨਾਂ ਨੂੰ ਆਸਨ ਕਰਾਉਣ ਦੀ ਲੋੜ ਨਹੀਂ ਪਈ। ਕਈ ਲੋਕ ਇੱਦਾਂ ਦੇ ਵੀ ਪੇਸ਼ੈਂਟਸ ਸਾਡੇ ਕੋਲ ਆਏ ਜਿਨ੍ਹਾਂ ਨੇ ਲਗਾਤਾਰ ਕਹਿੰਦੇ ਸੀ ਹਰ ਸਾਨੂੰ 15 ਦਿਨ ਬਾਅਦ, ਮਹੀਨੇ ਬਾਅਦ ਧਰਨ ਕਢਾਉਣ ਜਾ ਰਹੇ, ਸਾਨੂੰ ਧਰਨ ਕਢਾਉਂਦੇ ਨੂੰ ਘੱਟੋ ਘੱਟ 2 ਸਾਲ ਹੋ ਗਏ, 3 ਸਾਲ ਹੋ ਗਏ, 5 ਸਾਲ ਵੀ ਹੋ ਗਏ। ਸੋ ਮੈਂ ਦਰਸ਼ਕਾਂ ਨੂੰ ਬੇਨਤੀ ਕਰਾਂਗਾ ਕਿ ਧਰਨ ਕੱਢਣ ਦੇ ਮਗਰ ਨਾ ਭੱਜੋ। ਧਰਨ ਕਿਉਂ ਪੈ ਰਹੀ ਹੈ ਉਹਦਾ ਆਪਾਂ ਹੱਲ ਮੁੱਢ ਕੱਢਣਾ ਹੈ। ਉਹਦੇ ਮੁੱਢ ਹੱਲ ਦੇ ਵਿੱਚ ਕਿ ਤੁਹਾਡੀ ਆਂਤੜਾ ਸੋਜ ਹੈ ਕਿ ਇਨਫੈਕਸ਼ਨ ਹੈ, ਤੁਹਾਡੇ ਕੀ ਸਟੂਲ ਟੈਸਟ ਦੇ ਵਿੱਚ H. pylori ਬੈਕਟੀਰੀਆ ਆਇਆ, ਸਟੂਲ ਤੁਹਾਡਾ ਐਸਿਡਿਕ ਆਇਆ ਕਿ ਨਹੀਂ ਆਇਆ, ਤੁਹਾਡੇ ਸਟੂਲ ਦੇ ਵਿੱਚ ਪਸ ਸੈੱਲ ਕਿੰਨੇ ਨੇ, ਤੁਹਾਡਾ ਇਨਫੈਕਸ਼ਨ ਜਿਹੜਾ ਹੈ ਯੂਰਿਨ ਦੇ ਵਿੱਚ ਆ ਰਿਹਾ, ਬਲੱਡ ਦੇ ਵਿੱਚ ਆ ਰਿਹਾ, ਸਟੂਲ 'ਚ ਆ ਰਿਹਾ, ਉਹ ਇਨਫੈਕਸ਼ਨ ਦਾ ਰੂਟ ਕਾਜ਼ ਕਿੱਥੇ ਹੈ। ਉਹ ਰੂਟ ਕਾਜ਼ ਤੱਕ ਜਦ ਤੱਕ ਤੁਸੀਂ ਨਹੀਂ ਪਹੁੰਚਦੇ ਤੁਸੀਂ ਲਾਈਫ ਟਾਈਮ ਦਵਾਈਆਂ ਖਾ ਕੇ ਆਪਣਾ ਸਰੀਰ, ਵਕਤ ਔਰ ਪੈਸਾ ਤੇ ਸਿਹਤ, 4 ਚੀਜ਼ਾਂ ਦਾ ਤੁਸੀਂ ਆਪਣਾ ਨੁਕਸਾਨ ਆਪ ਕਰ ਰਹੇ ਹੋ। ਸੋ ਅਲਟੀਮੇਟਲੀ ਵੀ ਹੈਵ ਟੂ ਫਾਈਂਡ ਦਾ ਰੂਟ ਕਾਜ਼ ਕਿ ਪੇਸ਼ੈਂਟਸ ਨੂੰ ਅਸੀਂ ਬੈਸਟ ਲਾਈਨ ਆਫ ਟ੍ਰੀਟਮੈਂਟ ਜਿਹੜਾ ਦਿੱਤਾ ਕਿ ਉਹਨਾਂ ਨੂੰ ਪਿੱਤ ਸ਼ਾਮਕ ਅਸੀਂ ਜਿਹੜਾ ਹੈ ਟ੍ਰੀਟਮੈਂਟ ਦਿੰਦੇ ਹਾਂ, ਜਿਹਦੇ ਨਾਲ ਉਹਨਾਂ ਦੇ ਆਂਤੜਾ ਦੀ ਜਿਹੜੀ ਮੈਡੀਸਨਸ ਨੇ ਸਾਡੀਆਂ ਮੇਰੀ US FDA ਅਪਰੂਵ ਨੇ, GMP ਸਰਟੀਫਾਈਡ ਨੇ ਤੇ ਹਲਾਲ ਅਪਰੂਵ ਨੇ। ਜਿਹੜੀ ਮੈਡੀਸਨਸ ਅਸੀਂ ਦਿੰਦੇ ਹਾਂ ਉਹਨਾਂ ਨੂੰ ਪਹਿਲਾਂ ਡੀਟੌਕਸ ਐਂਡ ਕਲੀਨਜ਼ਿੰਗ, ਡੀਟੌਕਸ ਨਾਲ ਕਿ ਜਿਹੜੇ ਚੈਨਲਸ ਆਫ ਸਰਕੂਲੇਸ਼ਨ ਹੈ ਬੋਡੀ ਦੇ ਵਿੱਚ, ਜਿਹੜੀ ਬਲੋਕੇजेस ਨੇ ਜਿਸ ਕਾਰਨ ਬਲੱਡ ਸਪਲਾਈ ਸਾਰੇ ਬੋਡੀ ਦੇ ਸਰੀਰ ਦੀ ਖੂਨ ਸਪਲਾਈ ਰੁਕਦੀ ਹੈ, ਅਸੀਂ ਉਹਨੂੰ ਕਲੀਅਰ ਕਰਨਾ ਹੈ। ਡੀਟੌਕਸ ਹੋ ਗਿਆ। ਦੈਨ ਇਸ ਕਲੀਨਜ਼ਿੰਗ ਦੇ ਨਾਲ ਉੱਥੇ ਸਟਰੈਂਥਨਿੰਗ ਅਸੀਂ ਦੇਣੀ ਹੈ ਕਿ ਉੱਥੇ ਜਿਹੜੀ ਕਲੀਨਜ਼ਿੰਗ ਨਾਲ ਸਟਰੈਂਥਨਿੰਗ ਦੇਵਾਂਗੇ ਤੇ ਆਂਤੜਾ ਨੂੰ ਜਿਹੜੀ ਤਾਕਤ ਆਉਣੀ ਸ਼ੁਰੂ ਹੁੰਦੀ ਹੈ। ਜਦ ਆਂਤੜਾ ਨੂੰ ਤਾਕਤ ਆਉਣੀ ਸ਼ੁਰੂ ਹੋਏਗੀ ਤੇ ਖੁਰਾਕ ਤੁਹਾਡੀ ਆਪਣੇ ਆਪ ਹੀ ਪੰਜਾਬੀ 'ਚ ਹਜ਼ਮ ਹੋਊਗੀ, ਜਿਹਨੂੰ ਕਹਿੰਦੇ ਪੰਜਾਬੀ 'ਚ ਅਸੀਂ ਚੱਕੀ ਦੇ ਪੁੜ ਨੂੰ ਰਵਾਂ ਕਰਨਾ। ਜਦ ਤੁਹਾਡੇ ਇੰਟੈਸਟਾਈਨਸ ਤੁਹਾਡੀ ਵੀਕ ਹੋ ਰਹੀਆਂ ਨੇ, ਲੋਕ ਕੀ ਕਰਦੇ ਆ ਕਿ ਇਨ ਦਾ ਫਾਰਮ ਆਫ ਲੈਗਜ਼ੇਟਿਵਸ ਲੈਂਦੇ ਆ, ਪੇਟ ਸਾਫ ਦੇ ਚੂਰਨ ਲੈਂਦੇ ਨੇ, ਜਾਂ ਲੋਕੀ ਕਹਿੰਦੇ ਜੀ ਅਸੀਂ ਰੂਟੀਨ ਦੇ ਵਿੱਚ ਅਸੀਂ ਮੈਡੀਸਨ ਖਾਧੀ ਤੇ ਸਾਨੂੰ ਟੈਬਲੇਟ ਨਾਲ ਪੇਟ ਸਾਫ ਹੋਣ ਲੱਗ ਗਿਆ, ਹਲਕਾ ਲੱਗ ਰਿਹਾ। ਬਟ ਕਦ ਤੱਕ ਤੁਸੀਂ ਉਹ ਟੈਂਪਰੇਰੀ ਚੀਜ਼ਾਂ 'ਤੇ ਚੱਲੋਗੇ। ਤੁਹਾਡੇ ਆਂਤੜਾ ਦੇ ਵਿੱਚ ਇਟਸੈਲਫ ਇੰਨੀ ਸਟਰੈਂਥ ਹੋਣੀ ਚਾਹੀਦੀ, ਨੈਚੁਰਲ ਸਟਰੈਂਥ ਹੋਣੀ ਚਾਹੀਦੀ ਹੈ। ਤੁਹਾਡੀ ਖਾਧੀ ਪੀਤੀ ਖੁਰਾਕ ਹਜ਼ਮ ਟਾਈਮ ਸਿਰ ਹੋਵੇ। ਇਹ ਨਹੀਂ ਕਿ ਤੁਹਾਡਾ ਸਵੇਰ ਦਾ ਖਾਧਾ ਹਾਲੇ ਪਚਿਆ ਨਹੀਂ, ਅਗਲਾ ਖਾ ਰਹੇ ਹੋ। ਜੋ ਮੈਂ ਡਾਇਟਰੀ ਹੈਬਿਟਸ ਪਿੱਛੇ ਦੱਸ ਚੁੱਕਾ ਕਿ ਅਸੀਂ ਆਪਣੇ ਮੂੰਹ ਨੂੰ ਪੰਜਾਬੀ 'ਚ ਡਸਟਬਿਨ ਨਹੀਂ ਬਣਾਉਣਾ। ਜਿੰਨਾ ਤੁਸੀਂ ਆਪਣੇ ਮੂੰਹ ਨੂੰ, ਡਾਈਟ ਨੂੰ ਕੰਟਰੋਲ ਰੱਖੋਗੇ, ਸਟਾਰਵੇਸ਼ਨ ਵੀ ਨਹੀਂ ਕਰਨੀ ਕਿ ਭੁੱਖੇ ਰਹਿਣਾ। ਕਈ ਲੋਕ ਇਸ ਪ੍ਰੋਬਲਮ ਦੇ ਵਿੱਚ ਧਰਨ ਦੇ ਵਿੱਚ ਇੱਦਾਂ ਦੇ ਕੇਸਿਸ ਵੀ ਮੇਰੇ ਕੋਲ ਆਏ ਨੇ, ਤੁਹਾਡੇ ਸੁਣ ਕੇ ਮੇਰੇ ਖਿਆਲ ਹੱਥ ਪੈਰ ਕੰਬਣਗੇ ਕਿ ਇੱਦਾਂ ਦੇ ਪੇਸ਼ੈਂਟਸ ਹੈ ਜਿਨ੍ਹਾਂ ਦਾ 27 ਕਿਲੋ ਵਜ਼ਨ ਰਹਿ ਗਿਆ ਸੀ। 60 ਸਾਲ ਦੀ ਉਮਰ ਦੀ ਲੇਡੀ ਹੈ, ਉਹਨਾਂ ਦਾ 27 ਕਿਲੋ, ਇੱਕ ਦਾ ਸੀ 32 ਕਿਲੋ, ਤੇ 60-65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਅਸੀਂ ਆਪਣੇ ਬੱਚਿਆਂ ਦੇ ਵਿਆਹ ਕੇ ਦੇਖ ਸਕਦੇ ਹਾਂ ਜਾਂ ਹਲੇ ਨਹੀਂ। ਸਰੀਰ ਬਿਲਕੁਲ ਹੀ ਲੀਨ ਹੋ ਜਾਂਦਾ। ਪੇਸ਼ੈਂਟ ਫੂਡ ਫੀਅਰ 'ਚ ਆ ਜਾਂਦਾ। ਪੇਸ਼ੈਂਟ ਕਹਿੰਦਾ ਮੈਂ ਜੇ ਕੁਝ ਖਾਧਾ ਮਾੜਾ ਜਾਵੇ ਤਾਂ ਵੈਦਰ ਆਈ ਵਿਸ਼ ਬੀ ਏਬਲ ਟੂ, ਮੈਨੂੰ ਹਜ਼ਮ ਹੋਏਗਾ ਕਿ ਨਹੀਂ, ਮੈਨੂੰ ਲੂਜ਼ ਮੋਸ਼ਨ ਵੋਮਿਟਿੰਗ ਤਾਂ ਨਹੀਂ ਲੱਗ ਜਾਣਗੀਆਂ। ਤੇ ਉਹ ਪੇਸ਼ੈਂਟ ਬਿਲਕੁਲ ਹੀ ਲਿਕੁਇਡ ਡਾਈਟ ਜੋਗਾ ਰਹਿ ਜਾਂਦਾ, ਜਾਂ ਬਿਲਕੁਲ ਪਤਲੀ ਖਿਚੜੀ ਖਾਏਗਾ, 2-4 ਚਮਚ ਖਾਧੀ, ਫਿਰ ਸ਼ਾਮ ਨੂੰ ਕਿਤੇ ਖਾਧੀ, ਕਿਉਂਕਿ ਉਹ ਡਾਈਜੈਸਟਿਵ ਪਾਵਰ ਉਹਦੀ ਵੀਕ ਹੋ ਚੁੱਕੀ ਹੁੰਦੀ ਹੈ। ਇੱਥੇ ਇੱਕ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਕਿਸੇ ਨੂੰ ਇਹ ਬਿਮਾਰੀ ਜਿਹੜੀ ਤੁਸੀਂ ਦੱਸੀ ਹੈ ਤੇ ਕਾਫੀ ਸਾਰੇ ਲੱਛਣ ਤੁਸੀਂ ਦੱਸੇ, ਇਹਨਾਂ ਲੱਛਣਾਂ ਤੋਂ ਬਾਅਦ ਜਦੋਂ ਤੁਹਾਡੇ ਕੋਲ ਆਉਂਦੇ ਨੇ ਜਾਂ ਫਿਰ ਉਹ ਕੋਈ ਟੈਸਟ ਕਰਾਉਣ ਜਾਂ ਫਿਰ ਤੁਸੀਂ ਉਹਨਾਂ ਦਾ ਜਿਹੜੀ ਬਿਮਾਰੀ ਹੈ ਉਹ ਦੇਖਦੇ ਕਿੱਦਾਂ ਹੋ ਕਿ ਅੰਤੜੀਆਂ 'ਚ ਸੋਜ ਹੈ ਜਾਂ ਕੋਈ ਹੋਰ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਸੀ ਕਾਫੀ ਕਰਾ, ਉਹ ਕਿੱਦਾਂ ਪਤਾ ਲੱਗਦਾ? ਉਹ ਵਿੱਚ ਕੀ ਹੁੰਦਾ ਜਦ ਪੇਸ਼ੈਂਟ ਨੂੰ ਅਸੀਂ ਖਾਲੀ ਪੇਟ ਪਿਲਾਉਂਦੇ, ਉਹਦੀ ਨਬਜ਼ ਪੜ੍ਹੀ ਜਾਂਦੀ ਹੈ ਤੇ ਉਹਦਾ ਲਟਾ ਕੇ ਪੇਸ਼ੈਂਟ ਦਾ ਪੇਟ ਚੈੱਕ ਕੀਤਾ ਜਾਂਦਾ ਕਿ ਨੇਵਲ ਉਹਦੀ ਜਿਹੜੀ ਹੈ ਪੈਰਾਸਾਈਟਿਕ ਮੂਵਮੈਂਟ ਕਿੰਨੀ ਸਹੀ ਚੱਲ ਰਹੀ ਹੈ। ਨਾਭੀ ਕਈ ਪੇਸ਼ੈਂਟ ਦੀ ਧਰਨ ਤੁਸੀਂ ਦੇਖ ਕੇ ਚੱਲਾਂਗੇ, ਨਾਭੀ ਤੋਂ 1 ਉੱਪਰ ਹੈ, 2 ਉੱਪਰ ਨੇ ਜਾਂ 3 ਉੱਪਰ ਹੈ, ਨਾਭੀ ਤੋਂ ਨੀਚੇ ਤਾਂ ਨਹੀਂ ਹੈ। 4 ਧਰਨ ਹੋ ਗਈਆਂ ਇੱਥੇ ਬੋਲਦੀਆਂ, ਨਾਭੀ ਤੋਂ 3 ਉੱਪਰ 1 ਨੀਚੇ 4 ਹੋ ਗਈਆਂ, ਤੇ 2 ਕਈ ਵਾਰੀ ਸਾਈਡਸ 'ਤੇ ਵੀ ਪੇਸ਼ੈਂਟ ਦੀ ਧਰਨ ਬੋਲਦੀਆਂ ਨੇ। ਸੋ ਅਸੀਂ ਪੇਸ਼ੈਂਟ ਦੇ ਧਰਨ ਦੇ ਨੰਬਰ ਆਫ ਪੁਆਇੰਟਸ ਗਿਣਤੀ ਕਰਨੇ ਕਿ ਉਹਦੀ ਜਿਹੜੀ ਪੈਰਿਸਟੈਲਟਿਕ ਮੂਵਮੈਂਟ ਹੈ ਨਹੀਂ ਫਾਸਟ ਜਿਹੜੀ ਹੋਈ ਹੈ, ਕਿ ਐਬਡੋਮੀਨਲ ਜਿਹੜੀ ਸਪੀਡ ਹੈ ਉਹ ਬਹੁਤ ਜ਼ਿਆਦਾ ਫਾਸਟ ਹੋ ਰਿਟੇਨ ਦੀ, ਕਿ ਜਿਹੜੀ ਉਹ ਖੁਰਾਕ ਖਾ ਰਿਹਾ ਉਹਨੂੰ ਹਜ਼ਮ ਨਹੀਂ ਹੋ ਰਹੀ, ਟਿਕਣ ਨਹੀਂ ਦੇਣਾ ਉਹਨੇ। ਉਹ ਟਿਕਣ ਨਾ ਦੇਣ ਕਰਕੇ ਪੇਸ਼ੈਂਟ 'ਚ ਵੀਕਨੈਸ ਆਉਂਦੀ ਹੈ। ਉਹਨੂੰ ਫਿਰ ਕੀ ਹੁੰਦਾ ਹੈ ਕਿ ਪੇਸ਼ੈਂਟ ਕਹਿੰਦਾ ਮੈਨੂੰ ਕਈ ਵਾਰੀ ਇੱਦਾਂ ਲੱਗਦਾ ਮੇਰੀ ਦਾਲ ਸਬਜ਼ੀ ਜਾਂ ਜੋ ਵੀ ਮੈਂ ਕੁਝ ਖਾਧਾ ਮੇਰੇ ਸਟੂਲ ਦੇ ਰਾਹੀਂ ਪੇਟ ਸਾਫ਼ ਹੋ ਗਿਆ, ਤੇ ਉਹ ਚੀਜ਼ ਅਨਡਾਈਜੈਸਟਿਡ ਫੂਡ ਉਹਦੇ ਸਟੂਲ ਦੇ ਵਿੱਚ ਆਉਂਦਾ ਹੈ। ਤਾਂ ਪੇਸ਼ੈਂਟ ਘਬਰਾਉਂਦਾ ਮੈਨੂੰ ਯਾਰ ਖਾਧੀ ਪੀਤੀ ਖੁਰਾਕ ਨਹੀਂ ਲੱਗ ਰਹੀ, ਮੈਂ ਦਿਨੋਂ ਦਿਨ ਵੀਕਨੈਸ 'ਚ ਜਾ ਰਿਹਾ। ਸੋ ਦੈਟ ਇਜ਼ ਦ ਪ੍ਰੋਬਲਮ। ਕਈ ਇੱਦਾਂ ਦੇ ਪੇਸ਼ੈਂਟਸ ਨੇ, ਮੈਂ ਜਿੱਦਾਂ ਹੁਣ ਤੁਹਾਨੂੰ ਰਿਪੋਰਟ ਸ਼ੇਅਰ ਕਰਾਂਗਾ ਕੁਝ ਦੇਰ ਦੇ ਵਿੱਚ, ਉਹਨਾਂ ਦਾ weight ਸੀ 105 kg ਐਂਡ ਇਨ 14 years ਆਫ ਮੈਰਿਜ, 13-14 ਸਾਲ ਦੀ ਉਮਰ ਉਹਨਾਂ ਮੈਰਿਜ ਦੇ ਵਿੱਚ, ਉਹਨਾਂ ਦੀ ਖੁਦ ਦੀ ਵਾਈਫ ਦੀ ਵਰਡਿੰਗ ਸੀ ਕਿ ਅਸੀਂ ਅੱਜ ਤੱਕ 14 ਸਾਲ ਹੋ ਗਏ ਬਾਹਰ ਦੀ ਕਦੇ ਰੋਟੀ ਨਹੀਂ ਖਾਧੀ, ਅਸੀਂ ਖਾ ਕੇ ਨਹੀਂ ਦੇਖੀ। ਇਹਨਾਂ ਦੇ ਮੇਰੇ ਹਸਬੈਂਡ ਨੇ, ਉਹਦੇ ਰੀਜ਼ਨ ਜਦ ਹਿਸਟਰੀ ਨਿਕਲੀ ਉਹਨਾਂ ਦੇ ਰਿਪੋਰਟਸ ਦੇ ਵਿੱਚ, ਹੀ ਇਜ਼ ਹੈਵਿੰਗ ਗੈਸਟ੍ਰਿਕ ਅਲਸਰ, ਡਿਊਡੇਨਲ ਅਲਸਰ, ਦੈਨ ਹਿਆਟਿਸ ਹਰਨੀਆ, ਸਟਮਕ ਦੇ ਵਿੱਚ ਜਿਹੜੀ ਇਸੋਫੇਗਸ ਨਾਲ ਜੁਆਇੰਟ ਹੁੰਦੀ ਉੱਥੇ ਹਿਆਟਿਸ ਹਰਨੀਆ,
ਤੇ ਥਰਡ ਇਜ਼ ਉਹਨੂੰ ਸਭ ਤੋਂ ਵੱਡੀ ਮੇਨ ਪ੍ਰੋਬਲਮ ਹੋ ਗਈ ਪ੍ਰੋਕਟਾਈਟਸ। ਜੀ ਪ੍ਰੋਕਟਾਈਟਸ ਇੱਦਾਂ ਦੀ ਪ੍ਰੋਬਲਮ ਹੁੰਦੀ ਹੈ ਲੈਟਰਿਨ ਵਾਲੀ ਜਗ੍ਹਾ ਤੇ ਸੋਜ ਪੈ ਜਾਂਦੀ ਹੈ, ਪੇਸ਼ੈਂਟ ਦਾ ਬਹਿਣਾ ਉੱਠਣਾ ਮੁਸ਼ਕਲ ਹੋ ਜਾਂਦਾ ਹੈ। ਜੀ ਹੁਣ ਉਹ ਪੇਸ਼ੈਂਟ ਦੀ ਜਦ ਹਿਸਟਰੀ 'ਚ ਮੈਂ ਪਿੱਛੇ ਗਿਆ ਕਿ ਤੈਨੂੰ ਇੰਨੀ ਪ੍ਰੋਬਲਮ ਕਿਉਂ ਆਈ, ਤੇ ਉਹ ਜਿਹੜੇ ਪੇਸ਼ੈਂਟ ਦਾ ਕਦੇ ਯੰਗ ਏਜ ਵੇਲੇ 105 ਕਿਲੋ ਵਜਨ ਸੀ, ਜਦ ਸਾਡੇ ਕੋਲ ਆਇਆ ਹੀ ਵਾਸ ਐਟ ਦ weight of only 64-65 kg। 40-45 ਕਿਲੋ ਨਹੀਂ, ਜਿਹੜੇ ਬੰਦੇ ਦਾ ਸਰੀਰ ਭਾਰੀ ਮਜ਼ਬੂਤ ਉਹ ਸਿੱਧਾ ਹੀ ਅੱਧਾ ਰਹਿ ਜੇ, ਉਹ ਪੇਸ਼ੈਂਟ ਦਾ ਕਿੰਨਾ ਮੋਰਾਲ ਟੁੱਟਦਾ ਤੁਸੀਂ ਖੁਦ ਐਜ਼ਿਊਮ ਕਰ ਸਕਦੇ ਹੋ ਕਿ ਉਹ ਪੇਸ਼ੈਂਟ ਦਾ ਹੌਸਲਾ ਕਿੰਨਾ ਡਿੱਗੇਗਾ, ਕੌਨਫੀਡੈਂਸ ਲੈਵਲ। ਦੈਨ ਹੀ ਕੇਮ ਅਪ ਵਿਦ ਅਸ ਫॉर द ट्रीटमेंट। ਮੈਂ ਪ੍ਰੋਪਰ ਹਿਸਟਰੀ ਲਿੱਤੀ। ਉਹਨਾਂ ਨੇ ਕਿਹਾ ਵੀ ਮੈਂ ਸਰ ਜਦ ਜਿਮ ਕਰਦਾ ਹੁੰਦਾ ਸੀ, ਮੈਨੂੰ ਜਿਮ ਦਾ ਬਹੁਤ ਸ਼ੌਂਕ ਸੀ, ਮੈਂ ਡੱਬੇ ਵੀ ਖਾਦੇ, ਸਾਰਾ ਕੁਝ ਖਾਦਾ। ਮੈਂ ਇੱਕ ਤਾਂ ਸਭ ਤੋਂ ਵੱਡੀ ਆਪ ਨੂੰ ਬੇਨਤੀ ਕਰਾਂਗਾ ਕਿ ਜਿਮ 'ਤੇ ਬੱਚਿਆਂ ਨੂੰ ਡੱਬਿਆਂ ਤੋਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਾਓ। ਬਨਾਨਾ ਸ਼ੇਕਸ ਦੇ ਦਿਓ, ਬੋਇਲਡ ਪੋਟੈਟੋਜ਼ ਵਿਦ ਬਟਰ ਦੇ ਦਿਓ, ਦਲੀਆ ਦੇ ਦਿਓ, ਸੋਇਆਬੀਨ ਗੋਲ ਨਿਊਟਰੀ ਦੇ ਦਿਓ, ਨੈਚੁਰਲ ਡਾਈਟ ਨਾਲ ਲੈ ਕੇ ਚੱਲੋ, ਜਾਂ ਬੋਇਲਡ ਵੈਜੀਜ਼ ਨੇ ਇੱਦਾਂ ਦੀਆਂ ਚੀਜ਼ਾਂ ਦੇ ਦਿਓ, ਉਹਨਾਂ ਨੂੰ ਸੂਪਸ ਦੇ ਦਿਓ। ਬਟ ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਦੂਰ ਰੱਖੋ। ਉਹਨੇ ਕੀ ਕੀਤਾ ਕਿ ਇਸ ਚੀਜ਼ ਦਾ ਇੱਕ ਤਾਂ ਉਹਨੂੰ ਸ਼ੌਂਕ ਸੀ ਜਿਮ, ਇੱਕ ਸਭ ਤੋਂ ਵੱਡੀ ਉਹਨਾਂ ਨੇ ਬੇਵਕੂਫੀ ਕੀਤੀ, ਪੰਜਾਬੀ ਕਹਿੰਦੇ ਨੇ ਕੁਹਾੜੀ ਕਿ ਤਾਂ ਪੈਰ 'ਤੇ ਵੱਜਣੀ ਕਾਮ ਮਾਰਨੀ। ਉਹਨੇ ਕੀਤਾ ਕਿ ਬਾਊਲ ਆਫ ਡਰਾਈ ਫਰੂਟਸ, ਧਿਆਨ ਨਾਲ ਸੁਣੋ, ਡਰਾਈ ਫਰੂਟਸ, ਜਿਹਦੇ 'ਚ ਕੀ ਕਹਿੰਦਾ ਵੀ ਜੇ ਮੈਂ ਮੁੱਠੀਆਂ ਭਰ ਕੇ ਮੈਂ ਕਾਜੂ, ਬਦਾਮ, ਸੋਗੀਆਂ, ਅਖਰੋਟ ਰੱਜ ਕੇ ਖਾਂਦਾ ਸੀ। ਔਰ ਉਹ ਕਿਤੇ ਨਾ ਕਿਤੇ ਤਾਂ ਇੰਟੈਸਟਾਈਨ 'ਤੇ ਉਹਨੇ ਡੈਮੇਜ ਕਰਨਾ ਸੀ। ਉਹ ਡੈਮੇਜ ਸਲੋਲੀ ਐਂਡ ਗ੍ਰੈਜੂਅਲੀ ਬੁਰੀ ਤਰ੍ਹਾਂ ਹੋਇਆ। ਦੈਨ ਦ ਰਿਪੋਰਟਸ ਕਮ ਫॉर ਹਿਸ ਸਟੇਜ। ਜੀ ਤੇ ਉਹ ਰਿਪੋਰਟ ਦੇ ਵਿੱਚ ਪੇਸ਼ੈਂਟ ਦੀ ਜੋ ਹਾਲਾਤ ਸੀ, ਮਤਲਬ ਇਟ ਇਜ਼ ਰੀਅਲੀ ਪੇਨਫੁਲ। क्या पेशेंट साथ देखो, ही जस्ट टेकन मेडिसिन फॉर 4 वीक्स एंड 4 वीक्स ਦੇ ਵਿੱਚ ਹੀ ਸੈਟ ਕਿ ਮੈਂ 40% ਓਕੇ ਹਾਂ ਜੀ। ਆ ਪੇਸ਼ੈਂਟ ਦਾ ਜੇ ਤੁਸੀਂ ਪੜ੍ਹਦੇ ਹੋ ਮਲਟੀਪਲ ਇਹਦਾ ਹੈਗਾ ਜਿਹੜਾ ਪੇਸ਼ੈਂਟ ਸੀ, ਮਲਟੀਪਲ ਇਸਕੇ ਇਰੋਜਨਸ ਨੇ। ਉਸ ਤੋਂ ਬਾਅਦ ਹੇਅਰ ਵੀ ਕਮਸ ਵਿਦ ਇਟਸ ਸਮਾਲ ਹਿਆਟਸ ਹਰਨੀਆ, ਐਂਟਰਲ ਗੈਸਟਰਾਈਟਸ, ਡਿਊਡੇਨਾਈਟਿਸ ਐਂਡ ਡਿਊਡੇਨਲ ਅਲਸਰ। ਤੇ ਲਾਸਟ ਰਿਪੋर्ट ਤੇ ਅਸੀਂ ਲੈ ਕੇ ਚੱਲਦੇ ਹਾਂ ਤਾਂ ਦੈਨ ਦ ਪੇਸ਼ੈਂਟ ਵਾਸ ਸਫਰਿੰਗ ਵਿਦ ਪ੍ਰੋਕਟਾਈਟਸ। ਆ ਬਿਮਾਰੀ ਪੜ੍ਹ ਕੇ ਦੇਖ ਸਕਦੇ ਹੋ, ਪ੍ਰੋਕਟਾਈਟਸ ਹੈ ਐਂਡ ਦਿਸ ਪ੍ਰੋਬਲਮ ਆ ਵੀ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਪ੍ਰੋਬਲਮ। ਸੋ ਅਲਟੀਮੇਟਲੀ ਜਿਹੜਾ ਵੀ ਅਸੀਂ ਟ੍ਰੀਟਮੈਂਟ ਦਿੰਦੇ ਹਾਂ, ਅਸੀਂ ਬੈਸਟ ਪੋਸੀਬਲ ਟ੍ਰੀਟਮੈਂਟ ਦੇਣ 'ਚ ਬਿਲੀਵ ਕਰਾਂਗੇ। ਪੇਸ਼ੈਂਟ ਨੂੰ ਜਦ ਗਾਈਡ ਕੀਤਾ ਕਿ ਤੂੰ ਨਾਰੀਅਲ ਪਾਣੀ ਪੀਣਾ, ਮਿੱਟੀ ਦੇ ਕੁੱਜੇ ਦਾ ਪਾਣੀ ਪੀਣਾ ਜੀ, ਤੇ ਉਹਨੂੰ ਆਈਡੀਆ ਸੀ ਬਿਕੋਜ਼ ਹੀ ਇਜ਼ ਬੇਸਿਕਲੀ ਫਰੋਮ ਪੰਜਾਬ, ਉਹਨੂੰ ਆਈਡੀਆ ਸੀ, ਬਟ ਉਹ ਇਸ ਚੀਜ਼ ਵਾਲੇ ਇੰਪਲੀਮੈਂਟ ਨਹੀਂ ਹੋਇਆ। ਉਹ ਡਾਕਟਰਸ ਕੋਲੋਂ ਐਲੋਪੈਥੀ ਦਵਾਈਆਂ, ਐਂਟੀਬਾਇਓਟਿਕ ਚੱਲ ਰਹੀਆਂ, ਐਂਟੀ ਉਹਦੀ ਚੱਲ ਰਹੀ ਹੈ, ਐਂਟਾਸਿਡਸ ਚੱਲ ਰਹੇ ਨੇ ਬਹੁਤ ਸਟਰੋਂਗ, ਖਾਲੀ ਪੇਟ ਲੈ ਰਿਹਾ ਤੇ ਦਿਨੇ ਲਿਕੁਇਡਸ ਉਹਨੂੰ ਦੇ ਰਹੇ ਨੇ ਕਿ ਉਹਦੇ ਸਟੂਲ ਦੇ ਵਿੱਚ ਆਂਤੜਾਂ 'ਚ ਉਹਨੂੰ ਜਲਨ ਅੱਗ ਨਾ ਮਹਿਸੂਸ ਹੋਵੇ। ਠੀਕ ਹੈ, ਸਿੰਪਟੋਮੈਟਿਕ ਕੁਛ ਨਾ ਕੁਛ ਡਾਕਟਰ। ਸਰ ਇਹਦੇ ਵਿੱਚ ਕੋਈ ਪਰਹੇਜ਼ ਵੀ ਤੁਸੀਂ ਦੱਸਦੇ ਹੋ? ਹਾਂ, ਪਰਹੇਜ਼ ਬਿਲਕੁਲ ਜੀ। ਪਰਹੇਜ਼ ਦੇ ਵਿੱਚ ਉਹਨਾਂ ਨੂੰ ਦੱਸਿਆ ਮੈਂ ਕਿ ਤੁਸੀਂ ਸਪੈਸ਼ਲੀ ਮਟਰ ਨਹੀਂ ਖਾਣੇ। ਪੇਸ਼ੈਂਟ ਨੂੰ ਅਵੇਅਰਨੈਸ ਨਹੀਂ ਸੀ। ਜਿਨ੍ਹਾਂ ਨੂੰ ਕੌਡੀ ਹੈ, ਮੈਂ ਧਿਆਨ ਨਾਲ ਫਿਰ ਰਿਪੀਟ ਕਰ ਦਿੰਦਾ, ਕਰੇਲਾ, ਬੈਂਗਨ, ਮਟਰ, ਪਪੀਤਾ ਤੇ ਰਾਈਸ, ਇਹ ਪੇਸ਼ੈਂਟਸ ਜਿਨ੍ਹਾਂ ਨੂੰ ਕੌਡੀ ਦੀ ਸ਼ਿਕਾਇਤ ਹੈ ਉਹ ਜ਼ਹਿਰ ਹੈ ਉਹਨਾਂ ਲਈ। ਔਰ ਨੌਨ ਵੈਜ ਤਾਂ ਬਿਲਕੁਲ ਨਹੀਂ ਲੈਣਾ, ਕਿਉਂਕਿ ਪ੍ਰੋਟੀਨ ਧਿਆਨ ਰੱਖ ਕੇ ਚੱਲਣਾ। ਨੋਰਮਲ ਜਿਹੜੀ ਦਾਲ ਸਬਜ਼ੀ ਤੁਹਾਡੇ ਡਾਈਜੈਸਟ ਹੁੰਦੀ ਹੈ 2 to 4 ਆਵਰਸ ਦੇ ਵਿੱਚ, 3 ਤੋਂ 4 ਘੰਟੇ ਵੀ ਲੱਗ ਜਾਂਦੇ ਆ। ਜਿਹੜਾ ਨੌਨ ਵੈਜ ਹੈ ਉਹ ਰੱਖ ਕੇ ਚੱਲੋ 8 ਤੋਂ 10 ਘੰਟੇ ਲੈਂਦਾ ਤੁਹਾਡੀ ਬੋਡੀ 'ਚੋਂ, ਇੰਟੈਸਟਾਈਨ 'ਚੋਂ ਡਾਈਜੈਸਟ ਹੋਣ ਨੂੰ ਪ੍ਰੋਪਰ। ਤੇ ਜੇ ਅਸੀਂ ਕਹੀਏ ਜੀ ਘੰਟੇ 2 'ਚ ਹੀ ਤੁਹਾਡਾ ਨੌਨ ਵੈਜ ਡਾਈਜੈਸਟ ਹੋ ਗਿਆ, ਉਹ ਨਹੀਂ ਹੁੰਦਾ, ਕਿਉਂਕਿ ਮਾਸ ਹੈ, ਮਾਸ ਨੂੰ ਆਂਤੜਾਂ ਨੂੰ ਚਿੱਥਣ ਨੂੰ ਟਾਈਮ ਲੱਗਦਾ, ਉਹਦੇ 'ਚ ਪ੍ਰੋਟੀਨਸ ਸਾਰੇ, ਤੇ ਉਹ ਜਿਹੜਾ ਹੈ ਫਿਰ ਇੰਟੈਸਟਾਈਨ 'ਚ ਕਿਤੇ ਨਾ ਕਿਤੇ ਰਿਟੇਨ ਕਰਦਾ। ਤੇ ਮਸਲ ਜਿਹੜੀ ਇੰਟੈਸਟਾਈਨ ਦੀ ਤੁਹਾਡੀ ਐਕਟੀਵਿਟੀ ਹੈ ਉਹ ਕਿਤੇ ਨਾ ਕਿਤੇ ਸਲੋ ਡਾਊਨ ਹੋ ਜਾਂਦੀ ਹੈ। ਤਾਂ ਹਮੇਸ਼ਾ ਤੁਸੀਂ ਜਿਹੜੀ ਵੀ ਚੀਜ਼ ਖਾਣੀ ਹੈ ਉਨੀ ਖਾਓ, ਥੋੜ੍ਹੀ ਖਾਓ, ਪਰ ਹਜ਼ਮ ਕਰੋ। ਡੋਂਟ ਟੇਕ ਇਟ ਇਨ ਲਾਰਜ ਕੁਆਂਟੀਟੀਜ਼। ਜੀ ਅੱਛਾ ਡਾਕਟਰ ਸਾਹਿਬ, ਜੇ ਦਵਾਈ ਦੀ ਗੱਲ ਕਰੀਏ ਤਾਂ ਕਿੰਨਾ ਕੁ ਸਮਾਂ ਦਵਾਈ ਖਾਣੀ ਪੈ ਜਾਂਦੀ ਹੈ ਜੇ ਕਿਸੇ ਨੂੰ ਕਾਫੀ ਜ਼ਿਆਦਾ ਬਿਮਾਰੀ ਹੋਵੇ ਤਾਂ? ਐਵਰੇਜ ਜੇ ਮੈਂ ਇਹਨਾਂ ਦੇ ਕੇਸ ਲੈ ਕੇ ਚੱਲਦਾ, ਹੋਰ ਵੀ ਰੀਸੈਂਟ ਕੇਸਿਸ ਨੇ ਜਿਨ੍ਹਾਂ ਦੀ ਐਂਡੋਸਕੋਪੀ ਦੇ ਵਿੱਚ ਮੈਂ ਤੁਹਾਨੂੰ ਰਿਪੋਰਟ ਸ਼ੇਅਰ ਕਰਾਂਗਾ। ਇੰਟੈਸਟਾਈਨਲ ਉਹਨਾਂ ਦੀ ਬਲੀਡਿੰਗ ਇੰਨੀ ਬੁਰੀ ਤਰ੍ਹਾਂ ਹੈ, ਉਹ ਪੇਸ਼ੈਂਟ ਐਂਡ ਹੀ ਵਾਜ਼ ਸਫਰਿੰਗ। ਉਹ ਡਾਕਟਰਸ ਕੋਲੋਂ ਦਵਾਈਆਂ ਉਹਨੂੰ ਦਿੱਤੀਆਂ ਜਾ ਰਹੀਆਂ ਰਿਲੇਟਿਡ ਟੂ, ਕਹਿੰਦਾ ਜੀ ਮੈਨੂੰ ਸਿਹਤ ਨਹੀਂ ਬਣ ਰਹੀ, ਖੁਰਾਕ ਨਹੀਂ ਬਣ ਰਹੀ। ਕਾਫੀ ਡਾਕਟਰਸ ਨੇ ਸਿਹਤ ਬਣਾਉਣ ਦੀ ਦਵਾਈਆਂ ਦੇਈ ਜਾ ਰਹੇ। ਵੈਨ ਹੀ ਕੇਮ ਅਪ ਤੇ ਮੈਂ ਉਹਨੂੰ ਕਿਹਾ ਵੀ ਮੈਂ ਉਹਦੀ ਐਂਡੋਸਕੋਪੀ ਚੈੱਕ ਕੀਤੇ ਬਿਨਾਂ ਮੈਨੂੰ ਪੇਟਲੈਟ ਆਇਆ ਤੇ ਨਾਭੀ ਦੇ ਉੱਪਰ 3 ਜਗ੍ਹਾ ਉਹਦੀ ਧਰਨ ਬੋਲਦੀ ਸੀ। ਮੈਂ ਕਿਹਾ ਇੱਥੇ ਦਰਦ ਹੈ, ਕਹਿੰਦਾ ਹਾਂਜੀ। ਐਂਡੋਸਕੋਪੀ ਦਿਖਾ ਕੇ ਉਹਨੇ ਸਾਹਮਣੇ ਰਿਪੋਰਟ ਕੀਤੀ। ਮੈਂ ਕਿਹਾ ਤੇਰਾ ਨਿਕਲਿਆ ਪ੍ਰੋਬਲਮ। ਮੈਂ ਕਿਹਾ ਤੁਸੀਂ ਐਂਡੋਸਕੋਪੀ ਕਰਿਆ? ਮੈਂ ਬਿਨਾਂ ਐਂਡੋਸਕੋਪੀ ਤੋਂ ਦੱਸਦੀ। ਸੋ ਅਲਟੀਮੇਟਲੀ ਪ੍ਰੋਬਲਮ ਦਾ ਰੂਟ ਕਾਜ਼ ਕੀ ਹੈ, ਉਹ ਪੇਸ਼ੈਂਟ ਨੂੰ ਜਦ ਅਵੇਅਰ ਹੋਇਆ, ਉਹਨੇ ਸਾਡੀ ਦਵਾਈ 2 ਵੀਕਸ ਖਾਧੀ ਐਂਡ ਨਾਓ ਨੈਕਸਟ ਵੀਕ 3 ਵੀਕਸ ਉਹਨੇ ਖਾ ਲਈ। ਨਾਓ ਨੈਕਸਟ ਵੀਕ ਹੀ ਇਜ਼ ਐਕਸਪੈਕਟਡ ਟੂ ਲੀਵ ਫॉर ਵਿਸ਼ਾਖਾਪਟਨਮ। ਹੀ ਇਜ਼ ਇਨ ਟੂ ਆਰਮੀ ਤੇ ਵੈਰੀ ਯੰਗ ਬॉय ਹੈ, 25-26 ਸਾਲ ਉਮਰ ਹੈ। ਐਂਡ ਉਹਨੂੰ ਸਿਰਫ ਉਹਨੂੰ ਕਿਹਾ ਜਾ ਰਿਹਾ ਕਿ ਹਾਂ ਵੀ ਤੂੰ ਸਿਰਫ ਐਨਰਜੀ ਲੈਵਲਸ ਲਈ ਉਹਨੂੰ ਮੈਡੀਸਨ ਦਿੱਤੀਆਂ ਕਿ ਤੈਨੂੰ ਥਕਾਵਟ ਨਾ ਆਵੇ, ਸਾਹ ਨਾ ਚੜੇ, ਬੋਡੀ ਵੀਕਨੈਸਿਸ ਨਾ ਹੋਣ। ਤੇ ਦੋ ਫਿਜ਼ੀਕਲੀ ਸਟਰਕਚਰ ਉਹਦਾ ਠੀਕ ਹੈ, ਬਟ ਇੰਟਰਨਲੀ ਉਹ ਵੀਕ ਫੀਲ ਕਰਦਾ ਜੀ। ਇੰਟਰਨਲੀ ਵੀਕ ਹੋਣ ਕਰਕੇ ਉਹਨੂੰ ਲੱਗਦਾ ਕਿ ਮੈਂ ਜੇ ਕੱਲ੍ਹ ਨੂੰ ਮੇਰੀ ਜਿਹੜੀ ਪ੍ਰੈਕਟਿਸਿਸ ਹੋਣੀ ਹੈ ਰੈਗੂਲਰ, ਮੈਂ ਰੂਟੀਨ 'ਚ ਜਾਣਾ, ਪੀਟੀਜ਼ ਵਗੈਰਾ ਸਾਰਾ ਕੁਝ, ਦੈਨ ਹਾਊ ਕੁਡ ਆਈ ਮੈਨੇਜ ਮਾਈ ਐਨਰਜੀ ਜੀ। ਤੇ ਜਦ ਮੈਂ ਉਹਦਾ ਪੇਟ ਸੈੱਟ ਕੀਤਾ, ਬਾਏ ਦਾ ਗ੍ਰੇਸ ਆਫ ਗੋਡ ਇਨ 2 ਵੀਕਸ ਆਫ ਟਾਈਮ ਹੀ ਸੈੱਟ ਕਿ ਮੈਨੂੰ ਹੁਣ 50% ਮੈਂ ਐਨਰਜੀ ਆਪਣੀ 2 ਵੀਕਸ ਰੀਗੇਨ ਕਰ ਗਿਆ ਜੀ। ਸੋ ਅਸੀਂ ਸਿਹਤ ਬਣਨ ਦੀ ਜਾਂ ਕੋਈ ਤਾਕਤ ਦੀ ਦਵਾਈ ਨਹੀਂ ਦਿੱਤੀ। ਮੈਂ ਪੰਜਾਬੀ 'ਚ ਉਹਦਾ ਮਿਹਦਾ ਸੈੱਟ ਕੀਤਾ, ਖੁਰਾਕ ਉਹਦੀ ਤੁਹਾਨੂੰ ਲੱਗੇ ਸੁੱਕੀ ਰੋਟੀ ਘਿਓ ਵਾਂਗ ਤੁਹਾਨੂੰ ਲੱਗੇ ਕਿ ਤੁਹਾਡਾ ਮਿਹਦਾ ਡਾਈਜੈਸਟ ਕਰ ਰਿਹਾ, ਤੁਹਾਨੂੰ ਐਸਿਡ ਨਹੀਂ ਬਣ ਰਿਹਾ,
ਕੌੜਾ ਪਾਣੀ ਨਹੀਂ ਆ ਰਿਹਾ, ਸਿਰ ਨੂੰ ਤੁਹਾਨੂੰ ਗੈਸ ਨਹੀਂ ਚੜ ਰਹੀ, ਬਲੋਟਿੰਗ ਨਹੀਂ ਹੋ ਰਹੀ, ਪੇਟ ਸਖਤ ਭਾਰੀ ਨਹੀਂ ਹੋ ਰਿਹਾ, ਜੋ ਤੁਸੀਂ ਖਾ ਰਹੇ ਹੋ ਪੇਟ ਤੁਹਾਡਾ ਬਹੁਤ ਕੰਫਰਟੇਬਲ ਹੈ, ਤੁਹਾਨੂੰ ਸਾਹ ਵੀ ਆ ਰਿਹਾ, ਲੱਤਾਂ ਨਹੀਂ ਥੱਕ ਰਹੀਆਂ, ਜਦ ਇਹ ਚੀਜ਼ਾਂ ਤੁਹਾਨੂੰ ਪੋਜ਼ਿਟਿਵਿਟੀ ਰਿਜ਼ਲਟਸ ਮਿਲਦੇ ਆ ਤੇ ਪੇਸ਼ੈਂਟਸ ਆਪਣੇ ਆਪ ਹੀ ਸਾਨੂੰ ਲੱਗਦਾ ਟ੍ਰੀਟਮੈਂਟ ਡਿਊਰੇਸ਼ਨ ਅਸੀਂ ਪੇਟ 'ਚ ਲੈ ਕੇ ਚੱਲਦੇ ਹਾਂ 1.5 ਮਹੀਨਾ 1.5 ਮਹੀਨਾ ਮਿਨੀਮਮ ਟਾਈਮ ਲੱਗਦਾ ਔਰ ਅਪ ਟੂ ਵਿਗੜੇ ਕੇਸਿਸ ਨੂੰ 3-3.5 ਮਹੀਨੇ ਜੀ। ਸੋ ਇਟ ਆਲ ਡਿਪੈਂਡਸ ਔਨ ਕਿ ਤੁਹਾਡੀ ਰਿਪੋਰਟਸ ਕਿੱਦਾਂ ਦੀਆਂ ਨੇ, ਤੁਹਾਡੀ ਸਟੇਜ ਕਿੱਦਾਂ ਦੀ ਹੈ। ਕਈ ਲੋਕ ਸਾਡੇ ਕੋਲ ਇੱਦਾਂ ਦੇ ਪੇਸ਼ੈਂਟਸ ਵੀ ਆਉਂਦੇ ਕਹਿੰਦੇ ਜੀ ਅਸੀਂ ਉੱਥੋਂ ਦਵਾਈ ਸਾਨੂੰ ਲੱਗਿਆ ਜੀ ਅਸੀਂ ਨਿਊਡੇ ਲੈ ਲੈਂਦੇ ਹਾਂ, ਪਰ ਸ਼ਾਰਟਕਟ ਦੇ ਚੱਕਰ 'ਚ ਅਸੀਂ ਦਵਾਈ ਲਿੱਤੀ ਕਿ ਹਾਂ ਵੀ ਜਲਦੀ ਆਰਾਮ ਆ ਜਾਏ, ਬਟ ਸ਼ਾਰਟਕਟ 'ਚ ਅਸੀਂ ਪ੍ਰੋਬਲਮ ਹੋਰ ਗਲਤ ਵਾਲੇ ਪਾਸੇ ਪੈ ਗਏ। ਪੰਜਾਬੀ 'ਚ ਕਹਿੰਦੇ ਨੇ ਕਾਲੀ ਅੱਗੇ ਟੋਏ, ਉਹ ਚੀਜ਼ ਕਿਤੇ ਨਾ ਕਿਤੇ ਲੋਕਾਂ ਨਾਲ ਅਵੇਅਰ ਹੋ ਜਾਂਦੀ ਹੈ। ਤਾਂ ਆਈ ਵਿਸ਼ ਕਿ ਤੁਸੀਂ ਜਿਹੜਾ ਵੀ ਬੈਸਟ ਲਾਈਨ ਨਾਲ ਟ੍ਰੀਟਮੈਂਟ ਲੈਣਾ ਕੋਈ ਬੈਸਟ ਕੰਸਲਟੈਂਟ ਨੂੰ ਮਿਲੋ ਜਿਨ੍ਹਾਂ ਨੂੰ ਪ੍ਰੋਪਰ ਆਯੁਰਵੇਦ ਦੀ ਜਿਹੜੀ ਨੌਲੇਜ ਹੈ ਹੋਵੇ, ਉਹਨਾਂ ਕੋਲ ਪੂਰਾ ਉਸ ਬਿਮਾਰੀ ਦੇ ਜੜ ਤੱਕ ਪਹੁੰਚਣ ਦਾ ਨਿਜਾਤ ਹੋਵੇ ਤਾਂ ਕਿ ਤੁਹਾਨੂੰ ਤੁਹਾਡੀ ਬਿਮਾਰੀ ਤੋਂ ਰੋਗ ਤੋਂ ਤੁਹਾਨੂੰ ਜਿਹੜੀ ਰਾਹਤ ਮਿਲ ਜਾਏ। ਜੀ ਡਾਕਟਰ ਸਾਹਿਬ, ਗਰਮੀ ਦਾ ਮੌਸਮ ਆ ਗਿਆ ਹੈਗਾ ਹੁਣ, ਇੱਦਾਂ ਹੁੰਦਾ ਕਈ ਵਾਰ ਆਪਾਂ ਸਵੇਰੇ ਰੋਟੀ ਖਾਣ ਲੱਗੇ ਤਾਂ ਭੁੱਖ ਨਹੀਂ ਲੱਗਦੀਗੀ, ਉਸ ਤੋਂ ਬਾਅਦ ਆਪਾਂ ਜਦੋਂ ਕਿਤੇ ਬਾਹਰ ਆ ਗਰਮੀ ਹੈ ਤਾਂ ਉੱਥੇ ਆਪਾਂ ਠੰਡਾ ਕੋਈ ਜਿਹੜਾ ਸ਼ਰਬਤ ਹੈ, ਜਲਜੀਰਾ, ਕੋਈ ਨਿੰਬੂ ਪਾਣੀ ਉਹ ਪੀਣ ਨੂੰ ਜੀ ਕਰਦਾ ਹੁੰਦਾ। ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਆਪਣੇ ਪੇਟ ਨੂੰ ਵੀ ਸਹੀ ਰੱਖਣਾ ਹੈ ਤੇ ਕਿਸ ਤਰੀਕੇ ਦੇ ਨਾਲ ਆਪਣਾ ਹਾਜ਼ਮਾ ਉਹ ਵੀ ਸੈੱਟ ਰੱਖਣਾ? ਇਹਦੇ 'ਚ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂਗਾ ਜਿੱਦਾਂ ਹੁਣ ਸਮਰ ਦਾ ਸੀਜ਼ਨ ਆ ਰਿਹਾ, ਵਿਸ਼ ਕਿ ਤੁਸੀਂ ਇੱਕ ਤਾਂ ਜਿਹੜੇ ਫਰੂਟਸ ਨੇ ਬਾਹਰ ਆਊਟਡੋਰ ਫਰੂਟਸ ਨੇ ਉਹਨਾਂ ਨੂੰ ਤੁਸੀਂ ਅਵੋਇਡ ਕਰਿਓ, ਕਿਉਂਕਿ ਤੁਹਾਨੂੰ ਜਿਹੜਾ ਪਤਾ ਵੈਂਡਰਸ ਨੇ ਸਮਟਾਈਮਸ ਹੁੰਦਾ ਉਹਦੇ ਨਾਈਫਸ ਹੈ ਕਲੀਨ ਨਹੀਂ ਹੁੰਦੇ, ਫਰੂਟਸ ਕਲੀਨ ਨਹੀਂ ਹੁੰਦੇ, ਤਾਂ ਯੂ ਵੋਂਟ ਬਿਲੀਵ ਕੈਰੀ ਕਰੋ ਆਪਣਾ ਫਰੂਟ ਆਪਣੇ ਪਰਸ ਦੇ ਵਿੱਚ ਕੈਰੀ ਕਰ ਲਓ, ਔਰ ਇਫ ਯੂ ਆਰ ਟਰੈਵਲਿੰਗ ਟੂ ਔਨ ਯੂਰ 2 ਵੀਲਰ ਬਾਈਕ ਜਾਂ ਕਾਰ ਦੇ ਵਿੱਚ ਆਪਣੇ ਹੈਂਡਬੈਗਸ ਦੇ ਵਿੱਚ ਸਮਾਨ ਪਾ ਲਓ, ਕੀਪ ਅ ਨਾਈਫ ਵਿਦ ਯੂ, ਹੈ ਨਾ, ਉਹਦੇ ਜਦ ਵੀ ਤੁਸੀਂ ਗਾਣਾ ਕੱਟ ਲਿਆ ਜਾਂ ਫਰੈਸ਼ ਜੂਸ ਦੀ ਤੁਸੀਂ ਬੋਟਲ ਹੈ ਉਹ ਲੈ ਲਿਆ, ਜਾਂ ਫਰੈਸ਼ ਜੂਸ ਕਿੱਥੇ ਤੁਸੀਂ ਲੈ ਰਹੇ ਹੋ ਤਾਂ ਟੇਕ ਅਵੇ ਹੈ ਉੱਥੋਂ ਫਰੈਸ਼ ਜੂਸ ਸਾਹਮਣੇ ਖੜੇ ਹੋ ਕੇ ਆਪਣੇ ਅਨਾਰ ਮਿਕਸ ਲੈ ਲਓ, ਅਨਾਰ ਇਜ਼ ਆਲਸੋ ਗੁੱਡ ਫॉर ਯੂ। ਅਤੇ ਜਿੱਦਾਂ ਉਸ ਤੋਂ ਇਲਾਵਾ ਜਿੱਦਾਂ ਤੁਸੀਂ ਰੂਟੀਨ ਦੇ ਵਿੱਚ ਆਪਣੀ ਡਾਈਟ ਹੈ ਟਿਫਨ ਨਾਲ ਕੈਰੀ ਕਰੋ, ਬੈਸਟ ਪਾਰਟ ਹੈ ਕਿ ਰਾਦਰ ਬਾਹਰ ਦਾ ਜਿਹੜਾ ਫੂਡ ਹੈ ਆਇਲੀ ਫੂਡ ਆ ਜਾਂਦਾ, ਕਿਉਂਕਿ ਯੂਥ ਦੇ ਵਿੱਚ ਵੀ ਮੈਂ ਲੈ ਕੇ ਚੱਲਾਂ ਪੇਟ ਦੇ ਕੇਸਿਸ ਦੇ ਵਿੱਚ IT ਸੈਕਟਰ ਦੇ ਵਿੱਚ ਬੱਚੇ ਨੇ ਉਹ ਕੀ ਕਰਦੇ ਕਿ ਉਹਨਾਂ ਨੂੰ ਨਾਈਟ ਸ਼ਿਫਟਾਂ 'ਤੇ ਦੇ ਦਿੱਤੇ ਜਾਂਦੇ, 3 ਸ਼ਿਫਟਾਂ ਦੀ ਉਹਨੇ ਜੋਬਸ ਨੇ, 3 ਸ਼ਿਫਟਾਂ ਦੀ ਜੋਬਸ ਦੇ ਵਿੱਚ ਕੀ ਕੀਤਾ ਜਾਂਦਾ, ਜਿਹੜਾ ਉਹਨਾਂ ਨੂੰ ਫੂਡ ਸਰਵ ਕੀਤਾ ਜਾਂਦਾ ਹੈਲਦੀ ਨਹੀਂ ਕੀਤਾ ਜਾਂਦਾ। ਹੁਣ ਤੁਸੀਂ ਯੰਗ ਏਜ ਦੇ ਵਿੱਚ ਅੱਜ ਦੀ ਡੇਟ 'ਚ ਲੈ ਕੇ ਚੱਲੋ ਜਿਹੜੇ 25 ਤੋਂ 35 ਸਾਲ ਦੇ ਵਿੱਚ ਯੂਥ ਹੈ ਜੀ, ਮੈਂ ਮਤਲਬ 35 ਨੂੰ ਜ਼ਿਆਦਾ ਯੂਥ ਨਹੀਂ ਕਹੂੰਗਾ ਬਟ ਠੀਕ ਹੈ, ਬਟ 25 ਤੋਂ 35 ਦਾ ਜਿੰਨਾ ਤੁਸੀਂ ਯੂਥ ਦੇਖੋਗੇ ਉਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਪਾਈਲਸ, ਕੌਨਸਟੀਪੇਸ਼ਨ, ਗੈਸ, ਬਲੋਟਿੰਗ, ਐਸੀਡਿਟੀ, ਉਹਨਾਂ ਨੂੰ 5-6 ਬਿਮਾਰੀਆਂ ਕਿਉਂ ਆ ਰਹੀਆਂ? ਬਿਕੋਜ਼ ਉਹਨਾਂ ਦੀ ਡਾਇਟਰੀ ਹੈਬਿਟ ਗਲਤ ਹੋ ਗਈ, ਉਹਨਾਂ ਦਾ ਸੌਣ ਦਾ ਟਾਈਮ ਸਹੀ ਨਹੀਂ ਰਹਿ ਗਿਆ, ਉਹਨਾਂ ਦੀ ਐਕਸਰਸਾਈਜ਼ ਸਹੀ ਨਹੀਂ ਰਹਿ ਗਿਆ। ਸੋ ਅਲਟੀਮੇਟਲੀ ਮੈਂ ਉਹਨਾਂ ਸਾਰਿਆਂ ਨੂੰ IT ਸੈਕਟਰਸ ਵਾਲਿਆਂ ਨੂੰ ਵੀ ਰਿਕੁਐਸਟ ਕਰਾਂਗਾ, ਜਿੰਨਾ ਵੀ ਤੁਹਾਡਾ ਸਟਾਫ ਹੈ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਲਈ ਹੋਰ ਐਫੀਸ਼ੀਐਂਟਲੀ ਕੰਮ ਕਰੇ, ਤੁਸੀਂ ਉਹਨਾਂ ਨੂੰ ਹੈਲਦੀ ਫੂਡ ਪ੍ਰੋਵਾਈਡ ਕਰੋ, ਫਰੂਟਸ ਐਟਲੀਸਟ ਵਨਸ ਅ ਟਾਈਮ ਉਹਨਾਂ ਨੂੰ ਇੱਕ ਫਰੂਟ ਦਾ ਬਾਉਲ ਸਭ ਨੂੰ ਸਰਵ ਕਰਾਓ, ਸੋ ਦੈਟ ਦੇ ਕੈਨ ਗਿਵ ਯੂ ਗੁੱਡ ਐਨਰਜੀ ਵਰਕ। ਰਾਦਰ ਤੁਸੀਂ ਉਹਨਾਂ ਨੂੰ ਆਇਲੀ ਫੂਡ ਸਰਵ ਕਰਾਉਂਦੇ ਹੋ ਇਧਰ ਇਨ ਦ ਫਾਰਮ ਆਫ ਸੈਂਡਵਿਚਸ ਹੁੰਦੇ ਆ, ਪਕੌੜੇਸ ਹੁੰਦੇ ਨੇ, ਜਾਂ ਤੁਸੀਂ ਉਹਨਾਂ ਨੂੰ ਰਾਈਸ ਪ੍ਰੋਵਾਈਡ ਕਰਦੇ ਹੋ, ਰਾਜਮਾ ਚਾਵਲ, ਮਤਲਬ ਦੇਰ ਆਰ ਸੋ ਮੈਨੀ ਥਿੰਗਸ ਮੈਂ ਚੈਨਲ 'ਤੇ ਬੋਲ ਨਹੀਂ ਸਕਦਾ ਕਿਉਂਕਿ ਉਹ ਕਾਫੀ ਜ਼ਿਆਦਾ ਫਿਰ ਉਹ ਕੰਟਰੋਵਰਸੀ ਸ਼ੁਰੂ ਹੋ ਸਕਦੀਆਂ। ਸੋ ਅਲਟੀਮੇਟਲੀ ਮੈਂ ਇਨ ਨਟਸ਼ੈਲ ਇਹੀ ਕਹੂੰਗਾ ਕਿ ਤੁਸੀਂ ਪਲੀਜ਼ ਉਹਨਾਂ ਬੱਚਿਆਂ ਦਾ ਸਿਹਤ ਦਾ ਖਿਆਲ ਕਰੋ, ਉਹ ਆਉਣ ਵਾਲੇ ਤੁਹਾਡੀ ਕੰਪਨੀ ਦਾ ਭਵਿੱਖ ਵੀ ਨੇ, ਕਿਸੇ ਵੀ ਫੀਲਡ ਦੇ ਵਿੱਚ ਹੋਣ, ਚਾਹੇ IT ਸੈਕਟਰ 'ਚ ਕਿਸੇ 'ਚ ਵੀ ਨੇ, ਤੁਸੀਂ ਆਪਣੇ ਵਰਕਰਸ ਦੀ ਸਿਹਤ ਦਾ ਖਿਆਲ ਰੱਖੋ। ਹਰ ਫੀਲਡ ਵਾਲੇ ਨੂੰ ਮੈਂ ਰਿਕੁਐਸਟ ਕਰਾਂਗਾ ਉਹਨਾਂ ਨੂੰ ਜਿੰਨਾ ਤੁਸੀਂ ਹੈਲਦੀ ਡਾਈਟ ਰੱਖੋਗੇ, ਜੇ ਉਹ ਤੁਹਾਡੇ ਕੋਲੋਂ ਮੀਲ ਲੈ ਰਹੇ ਨੇ, ਜੇ ਘਰੋਂ ਮੀਲ ਲੈ ਕੇ ਆਉਂਦਾ ਦੈਟ ਯੂ ਆਰ ਨਾਟ ਰਿਸਪੋਂਸੀਬਲ, ਜੇ ਆਪਣਾ ਹੈਲਦੀ ਮੀਲ ਕੰਪਨੀ ਉਹਨਾਂ ਨੂੰ ਪ੍ਰੋਵਾਈਡ ਕਰ ਰਹੀ ਹੈ, ਉਹ ਜਿੰਨਾ ਤੁਹਾਡਾ ਵਧੀਆ ਕੰਮ ਤੁਹਾਨੂੰ ਆਊਟਪੁੱਟ ਕਰਕੇ ਦੇਣਗੇ ਤੁਹਾਡੀ ਕੰਪਨੀ ਵੀ ਉਹਨਾਂ ਵੱਧ ਗਰੋ ਕਰੇਗੀ। ਬਿਲਕੁਲ ਠੀਕ ਹੈ ਜੀ। ਅੱਛਾ ਡਾਕਟਰ ਸਾਹਿਬ, ਹਰ ਵਾਰੀ ਤੁਹਾਡੇ ਤੋਂ ਪੁੱਛਦੇ ਹੁੰਦੇ ਆ ਕਿ ਕੋਈ ਦੇਸੀ ਨੁਸਖੇ ਹੁੰਦੇ ਨੇ, ਵੈਸੇ ਤਾਂ ਤੁਹਾਡੇ ਕੋਲ ਕਾਫੀ ਸਾਰੇ, ਕਿ ਤੁਸੀਂ ਦੱਸੋ 5-4 ਚੀਜ਼ਾਂ ਕਿ ਜਿਹੜੀਆਂ ਹਰ ਇੱਕ ਬੰਦੇ ਨੂੰ ਸਿਹਤਮੰਦ ਰਹਿਣ ਵਾਸਤੇ ਇਹ ਤਾਂ ਕਰ ਹੀ ਲੈਣੀ ਚਾਹੀਦੀਆਂ ਨੇ, ਇਹ ਕੋਈ ਬਿਮਾਰੀ ਦੇ ਨਾਲ ਨਹੀਂ ਜੁੜੀਆਂ ਹੋਈਆਂ, ਇਹ ਵੈਸੇ ਵੀ ਠੀਕ ਆ। ਸਭ ਤੋਂ ਪਹਿਲਾਂ ਤਾਂ ਦੇਖੋ ਜਿੱਦਾਂ ਹੁਣ ਗਰਮੀਆਂ ਦਾ ਸੀਜ਼ਨ ਸਟਾਰਟ ਹੋ ਰਿਹਾ, ਵਿਸ਼ ਕੇ ਜਿੱਦਾਂ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈ ਉਹ ਬਨਾਨਾ ਸ਼ੇਕ ਹਫ਼ਤੇ 'ਚ ਇੱਕ ਅੱਧਾ ਦੀ ਵਾਰੀ ਪਤਲਾ ਬਨਾਨਾ ਸ਼ੇਕ ਅਰਾਊਂਡ 100-150 ml ਜਾਂ 200 ml ਪੀ ਲਿਆ ਕਰਨ, ਨਾਰੀਅਲ ਪਾਣੀ ਪੀ ਸਕਦੇ ਆ, ਐਂਡ ਖਿਚੜੀ ਹਫ਼ਤੇ 'ਚ 1 ਤੋਂ 2 ਵਾਰੀ ਹਰ ਘਰਾਂ 'ਚ ਬਣਨੀ ਚਾਹੀਦੀ ਹੈ, ਜੇ ਮੈਂ ਬਹੁਤ ਵਾਰੀ ਚੈਨਲ ਦੇ ਵਿੱਚ ਰਿਕੁਐਸਟ ਕਰ ਚੁੱਕਾ। ਅਤੇ ਮਾਂ ਦੀ ਦਾਲ ਜਿਹੜੀ ਹੈ ਰੂਟੀਨ ਦੇ ਵਿੱਚ ਪੇਟ ਸਾਫ਼ ਰੱਖਣ ਲਈ ਬਹੁਤ ਵਧੀਆ ਹੈ। ਅਤੇ ਇਸ ਤੋਂ ਇਲਾਵਾ ਰੂਟੀਨ ਦੇ ਵਿੱਚ ਤੁਸੀਂ ਜਿਹੜਾ ਮਿੱਟੀ ਦੇ ਕੁੱਜੇ ਦਾ ਮੈਂ ਦੱਸਿਆ ਉਹਦਾ ਤੁਸੀਂ ਖਿਆਲ ਰੱਖੋ, ਮਿੱਟੀ ਦਾ ਕੁੱਜਾ ਲੈ ਲਓ ਬਿਨਾਂ ਮੂੰਹ ਵਾਲਾ, ਉਹਦੇ 'ਚ ਪਾਣੀ ਪਾ ਕੇ ਰੱਖ ਦਿਓ, 4 ਘੰਟੇ ਬਾਅਦ ਤੁਸੀਂ ਆਪਣਾ ਅਗਲਾ ਪਾਣੀ ਲਿੱਤਾ ਅਤੇ ਉਹ ਮਿੱਟੀ ਦੇ ਕੁੱਜੇ ਦਾ ਜਿਹੜਾ ਪਾਣੀ ਹੈ ਤੁਹਾਡੇ ਪੇਟ ਲਈ ਬਹੁਤ ਹੀ ਲਾਭਵੰਦ ਰਹਿੰਦਾ। ਉਹਦੇ ਨਾਲ ਕੀ ਹੈ ਕਿ ਇੱਕ ਹਲਕਾ ਖਾਣਾ ਖਾਣਾ, ਥੋੜ੍ਹਾ ਖਾਣਾ, ਧਿਆਨ ਰੱਖ ਕੇ ਚੱਲਣਾ। ਗਰਮੀਆਂ 'ਚ ਤੁਹਾਨੂੰ ਭੁੱਖ ਨਹੀਂ ਲੱਗੇਗੀ ਕਿਉਂਕਿ ਪਾਣੀ ਪੀ ਕੇ ਲਿਕੁਇਡਸ ਪੀ ਕੇ ਪੇਟ ਭਰ ਜਾਂਦਾ ਔਰ ਪਸੀਨਾ ਤੁਹਾਡੀ ਬੋਡੀ ਦੇ ਵਿੱਚ ਨਿਕਲ ਜਾਂਦਾ ਹੈ। ਉਹਦੇ 'ਚ ਕੀ ਤੁਹਾਨੂੰ ਸਾਲਟ ਦੀ ਕਮੀ ਆਏਗੀ, ਬੋਡੀ ਤੁਹਾਡੀ ਹਾਈਡਰੇਟ, ਜਿਹੜੀ ਤੁਹਾਨੂੰ ਬੋਡੀ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਦੀ ਕਮੀ ਜਦ ਇੰਟੈਸਟਾਈਨਸ ਦੇ ਵਿੱਚ ਵੀ ਪਾਣੀ ਦੀ ਕਮੀ ਜਾਂਦੀ ਹੈ, ਧਿਆਨ ਰੱਖ ਕੇ ਚੱਲਣਾ, ਉਹ ਅੱਗੇ ਤੁਹਾਨੂੰ ਕਬਜ਼ ਦਾ ਰੂਪ ਵੀ ਦੇਗੀ। ਜਦ ਉਹ ਕਬਜ਼ ਦਾ ਰੂਪ ਲਏਗੀ ਤਾਂ ਤੁਹਾਡਾ ਪੇਟ ਖੁਸ਼ਕ ਰਹੇਗਾ,
ਲੈਟਰਿਨ ਫਿਰ ਪੇਸ਼ੈਂਟ ਕਹਿੰਦਾ ਮੈਨੂੰ ਪੇਟ ਲੈਟਰਿਨ ਖੁਸ਼ਕ ਆ ਰਹੀ ਹੈ ਜਾਂ ਬੱਕਰੀ ਦੀ ਮਿੰਗਣਾ ਨੂੰ ਡਰਾਈ ਸਟੂਲ ਆ ਰਿਹਾ, ਜਾਂ ਪੇਸ਼ੈਂਟ ਕੰਪਲੇਂਟ ਕਰੇਗਾ ਮੇਰਾ ਪੇਟ ਬਹੁਤ ਭਾਰੀ ਪੱਥਰ ਵਾਂਗੂ ਹੋ ਗਿਆ ਔਰ ਮੇਰਾ ਪੇਟ 2-2 ਦਿਨ ਸਾਫ਼ ਨਹੀਂ ਹੋ ਰਿਹਾ। ਸੋ ਵਾਟਰ ਇਨਟੇਕ ਸ਼ੁੱਡ ਬੀ ਗੁੱਡ, ਐਟਲੀਸਟ ਮੈਂ ਲੈ ਕੇ ਚੱਲਦਾ ਤੇ 6 ਤੋਂ 8 ਗਲਾਸ ਪਾਣੀ ਜ਼ਰੂਰ ਪੀਓ, ਜਾਂ ਸਵੇਰੇ ਉੱਠ ਕੇ ਐਟਲੀਸਟ ਤੁਸੀਂ ਗਰਮ ਪਾਣੀ ਦੇ 1.5 ਤੋਂ 2 ਗਲਾਸ ਪਾਣੀ ਯਾਨੀ ਕਿ 450 ਤੋਂ 500 ml ਗਲਾਸ ਪਾਣੀ ਦੇ 2 ਆਪਣਾ ਆਰਾਮ ਨਾਲ ਪੂਰੀ ਵੋਲਿਊਮ ਪੀਓ। ਗਰਮ ਪਾਣੀ ਪੀ ਕੇ ਗੋ ਫॉर ਅ ਵਾਕ ਕਰਨ ਤੋਂ ਬਾਅਦ ਤੁਸੀਂ ਆਪਣਾ ਰੂਟੀਨ ਦੇ ਵਿੱਚ ਤੁਹਾਡਾ ਜਿਹੜਾ ਪੇਟ ਸਾਫ਼ ਆ ਪ੍ਰੈਸ਼ਰ ਪੈ ਜਾਏਗਾ। ਪ੍ਰੈਸ਼ਰ ਪੈਣ ਦੇ ਨਾਲ ਤੁਹਾਨੂੰ ਬਹੁਤ ਹੀ ਬੈਟਰ ਰਹਿੰਦਾ ਹੈ। ਤੇ ਥਰਡ ਆਪਸ਼ਨ ਇੱਕ ਆਸਨ ਦੇ ਲਈ ਮੈਂ ਤੁਹਾਨੂੰ ਦੱਸਿਆ ਤੇ ਇੱਕ ਵਜਰ ਆਸਨ ਹੁੰਦਾ ਜਿਸ 'ਚ ਮੁਸਲਮਾਨ ਜਿਹਨੂੰ ਕਹਿੰਦੇ ਨਮਾਜ਼ ਪੜ੍ਹਦੇ ਹਾਂ ਆਪਾਂ, ਜਾਂ ਆਪਾਂ ਗੁਰੂ ਘਰ ਮੱਥਾ ਟੇਕਣ ਲਈ ਬੈਠਦੇ ਹਾਂ ਤਾਂ ਪਿੱਠ ਸਿੱਧੀ ਕਰ ਦਿੰਦੇ ਹਾਂ ਤੇ ਯੋਰ ਪੋਸਚਰ ਸ਼ੁੱਡ ਬੀ ਲਾਈਕ ਦਿਸ, ਪੈਰ ਪਿੱਛੇ, ਤੁਹਾਡੇ ਗਿੱਟੇ ਜਿਹੜੇ ਹੈ ਬਾਂਸ ਨਾਲ ਟੱਚ ਕਰਨਗੇ। ਤੇ ਉਹ ਵਜਰ ਆਸਨ ਹਰ ਬੰਦੇ ਦੇ ਲਈ ਜਿਨ੍ਹਾਂ ਦੇ ਗੋਡੇ ਸਹੀ ਨੇ ਉਹਨਾਂ ਲਈ ਇਹ ਵਜਰ ਆਸਨ ਬਹੁਤ ਹੀ ਵਧੀਆ ਹੁੰਦਾ ਹੈ ਕਿ ਤੁਹਾਡਾ ਪੇਟ ਨਹੀਂ ਵਧਣ ਦਿੰਦਾ। ਦੂਜੀ ਗੱਲ ਤੁਹਾਡੀ ਹਾਜ਼ਮਾ ਸ਼ਕਤੀ ਬਹੁਤ ਵਧੀਆ ਰੱਖਦਾ ਹੈ। ਤੀਜੀ ਗੱਲ ਤੁਹਾਡੇ ਲੱਤਾਂ ਦੇ ਥਕਾਵਟ ਤੇ ਵੀਕਨੈਸ ਜਿਹੜੇ ਥਾਈ ਮਸਲਸ ਨੇ, ਗਲੂਟੀਅਲ ਮਸਲਸ ਨੇ ਉਹਨੂੰ ਸਟਰੋਂਗ ਕਰਦਾ ਹੈ। ਤੇ ਪੰਜਵਾਂ ਤੁਹਾਡੇ ਜਿਹੜੇ ਕਾਫ ਮਸਲ ਨੇ, ਪਿੰਨੀਆਂ ਪੰਜਾਬੀ 'ਚ, ਉਹਨਾਂ ਨੂੰ ਬਹੁਤ ਤਾਕਤ ਦਿੰਦਾ ਹੈ। ਤੁਸੀਂ ਇਹ ਵਜਰ ਆਸਨ ਵੀ ਅਪਲਾਈ ਕਰਨਾ ਸ਼ੁਰੂ ਕਰ ਲਓ। 5 ਮਿੰਟ ਸਵੇਰੇ ਸ਼ਾਮ ਜਾਂ 10 ਮਿੰਟ ਬਹਿਣਾ ਸ਼ੁਰੂ ਕਰੋ। ਤੁਸੀਂ 15 ਮਿੰਟਾਂ 'ਚ ਕਹੋਗੇ ਚੱਲ ਵੀ ਕਿਹੜੇ ਕੰਮ ਚੱਲਣਾ ਜੀ। ਅੱਛਾ ਡਾਕਟਰ ਸਾਹਿਬ, ਇੱਕ ਛੋਟਾ ਜਿਹਾ ਸਵਾਲ ਹੈਗਾ, ਉਹਦੇ ਵਿੱਚ ਨਾ ਕਾਫੀ ਲੋਕ ਪੁੱਛਦੇ ਸੀਗੇ ਕਿ ਜਿੱਦਾਂ ਪੇਟ ਦੇ ਵਿੱਚ ਧਰਨ ਹੋਵੇ ਤਾਂ ਉਹਦੀ ਮਾਲਿਸ਼ ਕਰਨੀ ਚਾਹੀਦੀ ਹੈ, ਤੁਹਾਨੂੰ ਲੱਗਦਾ ਕਿ ਕਰਨੀ ਚਾਹੀਦੀ ਹੈ? ਨਹੀਂ, ਮੈਂ ਪੇਟ ਤੇ ਮਾਲਿਸ਼ ਕਰਨ ਦੇ ਲਈ ਮੈਂ ਤੁਹਾਨੂੰ ਬਿਲਕੁਲ ਵੀ ਐਡਵਾਈਸ ਨਹੀਂ ਕਰਾਂਗਾ। ਹੁਣ ਮੈਂ ਉਹਦੇ ਨਾਲ ਦਾ ਹੀ ਕੇਸ, ਤੁਸੀਂ ਬਹੁਤ ਵਧੀਆ ਕੁਐਸਚਨ ਚੱਕਿਆ, ਮੈਨੂੰ ਧਿਆਨ ਆਇਆ ਕਿ ਧਰਨ ਦੇ ਵਿੱਚ ਧਿਆਨ ਰੱਖ ਕੇ ਚੱਲਣਾ। ਪੇਟ ਕਦੇ ਨਹੀਂ ਮਲਾਣਾ, ਪਿੰਨੀਆਂ ਮਲਾ ਲਓ, ਪਿੱਠ ਮਲਾ ਲਓ, ਆਪਣੀ ਥਾਈਜ਼ ਦੀ ਮਸਾਜ ਕਰਾ ਸਕਦੇ ਹੋ। ਗਰਮ ਪਾਣੀ ਦੀ ਬੋਤਲ, ਹਾਂ, ਗਰਮ ਪਾਣੀ ਦੀ ਬੋਤਲ ਰੱਖ ਕੇ ਟਕੋਰ ਕਰਨਾ ਉਹ ਕਰ ਸਕਦੇ ਹੋ, ਪਰ ਪੇਟ ਮਲਣਾ ਕਦੇ ਨਹੀਂ। ਕਿਉਂਕਿ ਪੇਟ ਮਲਣ ਦੇ ਨਾਲ ਜਿਹੜਾ ਤੁਹਾਡਾ ਆਲਰੇਡੀ ਟੌਕਸਿਨਸ ਬਲੋਕੇਜ ਬਣੇ ਹੋਏ ਆ ਉਹ ਬੋਡੀ ਦੇ ਵਿੱਚ ਇੱਕ ਥਾਂ ਤੋਂ ਦੂਜੀ ਜਗ੍ਹਾ ਟਰੈਵਲ ਕਰਦੇ ਨੇ ਤੇ ਉਹ ਟੌਕਸਿਨਸ ਨੂੰ ਹੋਰ ਜ਼ਿਆਦਾ ਸਪੀਡ ਮਿਲ ਜਾਂਦੀ ਹੈ ਫੈਲਣ ਦੀ ਬੋਡੀ ਦੇ ਵਿੱਚ ਜੀ। ਤੇ ਉਹ ਜਿਹੜੇ ਬਲੋਕੇजेस ਨੇ ਉਹ ਥਾਂ ਤੇ ਹੋਰ ਜਗ੍ਹਾ ਦੇਣਗੇ, ਰਿਟੇਨ ਕਰਨਗੇ। ਰਾਦਰ ਕਿ ਜੇ ਇੱਕ ਜਗ੍ਹਾ ਰਿਟੇਨ ਨੇ ਤੇ ਉਹਨਾਂ ਨੂੰ ਕੱਢ ਕੇ ਯੂਰਿਨ ਦੇ ਰਾਹੀਂ, ਸਟੂਲ ਦੇ ਰਾਹੀਂ ਸਾਨੂੰ ਕੱਢ ਕੇ ਕਰਨਾ ਆਸਾਨ ਹੈ। ਕਿਉਂਕਿ ਜਿੱਦਾਂ ਹੁਣ ਮੈਂ ਇੱਕ ਪੇਸ਼ੈਂਟ ਦੀ ਰਿਪੋਰਟ ਤੁਹਾਡੇ ਨਾਲ ਇਫ ਆਈ ਡਿਸਕਸ ਵਿਦ ਦ ਰਿਪੋਰਟ, ਇਹ ਪੇਸ਼ੈਂਟ ਸੀ, ਹੀ ਇਜ਼ ਹੈਵਿੰਗ, ਮੇਰਾ ਜਿਹੜਾ ਤੁਹਾਨੂੰ ਦੱਸਿਆ ਸੀ ਬੱਚਾ ਮਾਈਲਡ ਐਂਟਰਲ ਗੈਸਟਰਾਈਟਿਸ ਹੈ ਜੀ। ਇਹਦੀ ਤੁਸੀਂ ਪੇਸ਼ੈਂਟ ਦੀ ਤੁਸੀਂ ਇੱਥੇ ਰਿਪੋਰਟ ਤੋਂ ਦੇਖ ਸਕਦੇ ਹੋ ਐਂਡੋਸਕੋਪੀ ਦੇ ਵਿੱਚ ਕਿੱਦਾਂ ਦਾ ਬਿਲਕੁਲ ਰੈੱਡ ਪਿਆ, ਬਲੀਡ ਕਰ ਰਿਹਾ ਜੀ। ਉਹਦੀ ਨੈਕਸਟ ਰਿਪੋਰਟ ਵੀ ਮੇਰੇ ਕੋਲ ਪਈ ਹੈ ਬਲੀਡਿੰਗ ਵਾਲੀ। ਜਿਹੜੀ ਉਹਦੀ ਹੈਵੀ ਬਲੀਡਿੰਗ ਸੀ ਇੰਟਰਨਲ, ਉਹਨੂੰ ਆ ਰਹੀ ਸੀ, ਉਹਨੂੰ ਲੱਗਦਾ ਸੀ ਕਿ ਮੇਰੇ ਕੋਲੋਂ ਕੁਝ ਵੀ ਖਾਣਾ ਤੇ ਮੇਰੇ ਕੋਲੋਂ ਨਹੀਂ ਲੰਘਣਾ ਜੀ। ਇੰਨੀ ਬੁਰੀ ਤਰ੍ਹਾਂ ਅੱਗ ਮੱਚਦੀ ਹੈ ਉਹਦੇ ਇੰਟੈਸਟਾਈਨ ਦੇ ਵਿੱਚ। ਤੇ ਉਹਦੇ 'ਚ ਪ੍ਰੋਪਰ ਸਾਡੇ ਜਿਹੜੇ ਡਾਕਟਰਸ ਨੇ, ਜਿੱਦਾਂ ਮੇਰੇ ਕਲੀਨਿਕ ਇਹ ਵਿਜ਼ਿਟਡ ਔਨ ਜਲੰਧਰ, ਤੇ ਪ੍ਰੋਪਰ ਸਾਡੇ ਡਾਕਟਰਸ ਨੇ ਪ੍ਰੋਪਰ ਪੇਸ਼ੈਂਟ ਦੀ ਜਿਹੜੀ ਹਿਸਟਰੀ ਲਿੱਤੀ ਜਾਂਦੀ ਹੈ। ਐਂਡ ਦਿਸ ਇਜ਼ ਅ ਨੇਵਲ ਐਗਜ਼ਾਮੀਨੇਸ਼ਨ ਜਿਹੜਾ ਧਰਨ ਨਾਭੀ ਦੇ ਉੱਪਰ ਅਸੀਂ ਕੋਡੀ ਇੱਥੇ ਦਿਖਾਈ ਗਈ ਹੈ ਔਰ ਪੇਸ਼ੈਂਟ ਦੀ ਪ੍ਰੋਪਰ ਹਿਸਟਰੀ ਲੈਣ ਤੋਂ ਬਾਅਦ ਉਹਨੂੰ ਜਿਹੜੀ ਪ੍ਰੋਬਲਮਸ ਨੇ, ਮਲਟੀਪਲ ਇਸ਼ੂਜ਼ ਨਾਲ ਨੇ ਰਿਲੇਟਿਵ ਟੂ ਉਹਦਾ, ਚਾਹੇ ਪਰਸਨਲ ਇਸ਼ੂ ਹੈ, ਚਾਹੇ ਡਾਈਜੈਸ਼ਨ ਹੈ, ਚਾਹੇ ਹੋਰ ਵੀ ਇਸ਼ੂਜ਼ ਨੇ, ਉਹਦੀ ਪ੍ਰੋਪਰ ਹਿਸਟਰੀ ਲੈਣ ਤੋਂ ਬਾਅਦ ਨਬਜ਼ ਪੜਨ ਤੇ ਹੀ ਉਹਦੀ ਪ੍ਰੋਪਰ ਟ੍ਰੀਟਮੈਂਟ ਜਿਹੜਾ ਲਿਟਾ ਕੇ ਚੈੱਕਅਪ ਕਰਨ ਤੋਂ ਬਾਅਦ ਗਾਈਡ ਕੀਤਾ ਜਾਂਦਾ ਹੈ। ਤੁਹਾਨੂੰ ਕੋਈ ਸਿੱਧਾ ਗੱਲਬਾਤ ਕਰਕੇ, ਮੂੰਹ ਜ਼ਬਾਨੀ ਗੱਲਾਂ ਕਰਕੇ ਦਵਾਈਆਂ ਅਸੀਂ ਨਹੀਂ ਦਿੰਦੇ। ਮੇਰੇ ਪ੍ਰੋਪਰ ਡਾਕਟਰਸ ਹੋਣਗੇ ਜਾਂ ਮੈਂ ਹੋਊਂਗਾ ਕਲੀਨਿਕ ਤੇ ਅਸੀਂ ਪ੍ਰੋਪਰ ਚੈੱਕਅਪ ਕਰਾਂਗੇ। ਤੁਹਾਡੀ ਪ੍ਰੋਪਰ ਤਸੱਲੀ ਹੋਣ ਤੇ ਹੀ ਤੁਹਾਨੂੰ ਜਿਹੜਾ ਟ੍ਰੀਟਮੈਂਟ ਗਾਈਡ ਕੀਤਾ ਜਾਂਦਾ ਕਿ ਤੁਹਾਡੀ ਬਿਮਾਰੀ ਦੇ ਅਨੁਸਾਰ ਕਿਹੜਾ ਆਪਾਂ ਨੂੰ ਟ੍ਰੀਟਮੈਂਟ ਜਿਹੜਾ ਲਾਭਵੰਦ ਹੈ ਔਰ ਕਿੰਨੀ ਛੇਤੀ ਆਪਾਂ ਇਹਦੇ ਨਾਲ ਆਪਾਂ ਪੇਸ਼ੈਂਟ ਨੂੰ ਜਿਹੜਾ ਹੈ ਆਰਾਮ ਦੇ ਸਕਦੇ। ਕਿਉਂਕਿ ਜਿੱਦਾਂ ਇਹਨਾਂ ਦੇ ਕੇਸਿਸ ਦੇ ਵਿੱਚ ਵੀ ਹਾਇਰ ਰੇਸ਼ੋ ਆਫ ਗੈਸਟਰਾਈਟਿਸ ਸੀ ਐਂਡ ਹੀ ਇਜ਼ ਬੀਨ ਟੇਕਿੰਗ ਮੈਡੀਸਿਨ ਫਰਮ ਲਾਸਟ, ਅਗਰ ਲੈ ਕੇ ਚੱਲਦੇ ਤਾਂ 2 ਸਾਲ ਤੋਂ ਇਹਨਾਂ ਨੇ ਪ੍ਰੋਪਰ ਲਿਖਾਇਆ ਕਿ ਮੈਨੂੰ ਉਹ ਪ੍ਰੋਬਲਮ ਚੱਲ ਰਹੀ ਹੈ ਐਂਡ ਦਿਨੋਂ ਦਿਨ ਬੋਡੀ ਉਹਦੀ ਇੰਟਰਨਲੀ ਵੀਕ ਹੋ ਰਹੀ ਹੈ। ਕਿਉਂਕਿ ਜਿੰਨਾ ਐਸਿਡ ਬਣੇਗਾ, ਪੰਜਾਬੀ 'ਚ ਤੇਜ਼ਾਬ ਹੈ, ਆਂਤੜਾਂ ਦੇ ਵਿੱਚ ਜਿੰਨਾ ਜ਼ਿਆਦਾ ਤੇਜ਼ਾਬ ਰਹੇਗਾ ਤੇ ਅੰਨ ਸੁੱਕਣਾ ਸ਼ੁਰੂ ਹੋ ਜਾਏਗਾ, ਜਾਂ ਜਿਹਨੂੰ ਆਪਾਂ ਕਹਿੰਦੇ ਤੰਦੂਰ 'ਚ ਜਿੰਨਾ ਜ਼ਿਆਦਾ ਸੇਕ ਹੋਊਗਾ ਤਾਂ ਰੋਟੀ ਸੁੱਕਦੀ ਹੈ ਤੇ ਉਹ ਇੰਟੈਸਟਾਈਨ ਦੇ ਵਿੱਚ ਜਿੰਨੀ ਜ਼ਿਆਦਾ ਹੀਟ ਵਧੇਗੀ, ਪਿੱਤ ਦੇ ਨਾਲ ਵਾਯੂ ਦੋਸ਼ ਇਨਵੋਲਵ ਹੋ ਗਿਆ ਤੇ ਉਹਨੇ ਤੁਹਾਨੂੰ ਦਿੱਕਤ ਦੇਣੀ ਹੈ। ਪਿੱਤ ਦੇ ਨਾਲ ਵਾਯੂ ਦੋਸ਼ ਇਨਵੋਲਵ ਹੋ ਗਿਆ, ਜਿੰਨਾ ਪਿੱਤ ਵਧੇਗਾ ਉਹਨੇ ਕਫ ਦਾ ਸ਼ਮਨ ਕਰਨਾ ਹੈ। ਕਫ ਦੋਸ਼ ਦਾ ਜਿੰਨਾ ਤੁਹਾਡਾ ਸ਼ਮਨ ਹੋ ਗਿਆ, ਬੋਡੀ ਤੁਹਾਡੀ ਲੀਨ ਹੋਣ ਲੱਗ ਜਾਏਗੀ। ਪੇਸ਼ੈਂਟ ਕਹੇਗਾ ਮੇਰਾ ਪਹਿਲੇ ਤਾਂ ਸਰੀਰ ਤਗੜਾ ਸੀ, ਮਜ਼ਬੂਤ ਸੀ, ਹੁਣ ਮੈਂ ਦਿਨੋਂ ਦਿਨ ਲੀਨ ਹੋ ਰਿਹਾ, ਵੀਕ ਹੋ ਰਿਹਾ। ਦੈਟ ਰਿਪਰੈਜ਼ੈਂਟਸ ਕਿ ਉਹ ਬੋਡੀ ਉਹਦੀ ਡੀਜਨਰੇਸ਼ਨ ਵੱਲ ਜਾ ਰਹੀ ਹੈ ਜੀ। ਡਾਕਟਰ ਤੁਸੀਂ ਸਮਾਂ ਕੱਢਿਆ, ਇਹ ਸਾਰੀ ਜਾਣਕਾਰੀ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਤਾਂ ਡਾਕਟਰ ਸੁਖਜਿੰਦਰ ਸਿੰਘ ਯੋਗੀ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ, ਬਹੁਤ ਸਾਰੇ ਸਵਾਲ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਤੇ ਬਹੁਤ ਸਾਰੇ ਸਵਾਲ ਤੁਹਾਡੇ ਰਹਿ ਗਏ ਵੀ ਹੋਣਗੇ। ਤਾਂ ਉਹਨਾਂ ਸਵਾਲਾਂ ਨੂੰ ਜਿਹੜਾ ਸਕਰੀਨ ਦੇ ਉੱਤੇ ਤੁਹਾਨੂੰ WhatsApp ਨੰਬਰ ਦਿਖਾਈ ਦੇ ਰਿਹਾ ਹੋਏਗਾ ਤਾਂ ਉੱਥੇ ਮੈਸੇਜ ਜ਼ਰੂਰ ਕਰਿਓ ਤੇ ਉਸ ਤੋਂ ਬਾਅਦ ਇਹ ਤੁਹਾਨੂੰ ਬੈਕ ਕਾਲ ਕਰ ਲੈਣਗੇ ਜਾਂ ਕਿਸ ਤਰੀਕੇ ਨਾਲ ਵੀ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਤੁਸੀਂ ਜ਼ਰੂਰ ਕਰਿਓ। ਤਾਂ ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਇਹਨਾਂ ਦੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਜਿਹੜੇ ਦਫ਼ਤਰ ਨੇ ਉਹ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੇ ਹੁਣ ਪਟਿਆਲਾ ਦੇ ਵਿੱਚ ਵੀ ਇਹਨਾਂ ਨੇ ਖੋਲ੍ਹਿਆ ਹੈਗਾ ਤੇ ਉੱਥੇ ਵੀ ਤੁਸੀਂ ਜਾ ਕੇ ਜਿਹੜੀ ਆਪਣੀ ਗੱਲਬਾਤ ਹੈ ਉਹ ਇਹਨਾਂ ਨਾਲ ਕਰ ਸਕਦੇ ਹੋ। ਫਿਲਹਾਲ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ ਸਤਿ ਸ਼੍ਰੀ ਅਕਾਲ।